और नटराज तो निरत प्रगट होंदा है, निरत ਨੂੰ नटराज तो अलग नहीं कर सकते, संसार ਨੂੰ निरंकार तो अलग नहीं कर सकते, सब उसका निरपेश नाच नाचंती गोपी जना भगत वाहिगुरू जी का खालसा वाहिगुरू जी। ਇਹ ਤੇ ਇੱਕ ਨਾਚ ਹੋ ਰਿਹਾ ਹੈ, ਨਿਰਤ ਹੋ ਰਿਹਾ ਹੈ। ਤਾਂ ਖੈਰ ਮੈਂ ਅਰਜ਼ ਕਰਾਂ ਦਿਖਾਈ ਦੇ ਜਾਂਦਾ ਹੈ ਨਿਰਤ ਉਸ ਤੀਜੀ ਅੱਖ ਨਾਲ। ਇੰਨਾ ਦੋਆਂ ਕੀਏ ਕਰਮ ਅਨੇਕਾ ਇਕਬਾਲ ਤਦੀ ਕਹਿੰਦੇ ਨੇ स्वामी के द्वारे दीजे नाम भी कर खुदा से तलब, हे प्रभु आंख का नूर दिल का नूर नहीं, बख्शिश कर अखां दा नूर और नूर नहीं कि खुदा दिखाई दे जाए। जिस द्वारा मैं ऐसा करा कि तेनू कबूल पंछियां कोल भी है कर्म तेनू प्रवान दुआ करदा पे तो ਇਹ ਦੁਆ ਵੀ ਕਰਿਆ ਮੈਂ ਜੋ ਕੀਤਾ ਉਹਦੇ ਨਾਲ ਤੇ ਗੱਲ ਨਹੀਂ। और वाकई दुआ कदी खाली नहीं जाती, मैं की खुदा मंजूर करता है। मैं शब्द है दुआ जब दिल से होती है, मैं की ये करम दिल तो निकली हुई गल खाली नहीं जाती। बहुत कीते ने करम दिल से जो बात निकलती है असर रखती है। डॉक्टर मोहम्मद इकबाल, दिल से जो बात निकलती है कर्म दे असर रखती है, पर नहीं मिलाप दी सुगंध नहीं आई, मगर रखती है। भावें पंख किसी कोई नहीं, कर्म दे चों परमात्मा दे मिलाप दा रस नहीं आया। किसी भी कर्म दे चों परमात्मा कह लो दिल चो निकलिए ते दिल तक पहुंचदी है, नहीं ते कन्ना कर्म दे चों रब्बी आनंद नहीं तो निकली है ताई हृदय नु छुएगी, नहीं ते कन्ना नु छुएगी, वापस आ जाएगी। दिल से जो बात निकलती है बहुत असर रखती है, पर नहीं ताकते परवाज मगर रखती है। बोल पर दिल तो ओही गल निकलती है दिल जिस तो प्रभावित है। वरना आप जी के सामने रखने की निमाणी कोशिश कर रहे हैं, जिस तो मैं प्रभावित नहीं हाँ, खुलासा मेरे दिल का रविंदर सिंह मेरी याद का हिस्सा नहीं बन बात ज्ञानी हरनाम सिंह जी चाकर, जिस तो मैं प्रभावित ही नहीं है, बार बार बोल जावा। ਅਸੀਂ ਬਚਪਨ ਦੇ ਦੋਸਤ ਹਾਂ, ਬਹੁਤ ਛੋਟੇ ਹੁੰਦੇ ਆ ਇਕੱਠੇ ਪਰਮਾਤਮਾ ਨੂੰ ਯਾਦ ਕਰਦੇ ਨੇ, ਪਾਠ ਕਰਕੇ ਪੂਜਾ ਕਰਕੇ ਕੀਰਤਨ ਕਰਕੇ ਕਥਾ ਕਰਕੇ ਵਾਜੇ ਵਜਾ ਕੇ ਸਾਜ਼ ਖੜਕਾ ਕੇ ਸਭ ਕੁਝ ਕਰਕੇ ਸ਼੍ਰੋਮਣੀ ਕਮੇਟੀ ਨੇ ਛਾਪਿਆ। ਪੁੱਤਰ ਨੂੰ ਯਾਦ ਕਰਨਾ, ਵਾਜਾ ਵਜਾਉਣ ਦੀ ਲੋੜ ਹੈ। ਇਹ ਹਕਮਤ ਦੇ ਵੀ ਬੜੇ ਮਿੱਤਰ ਨੂੰ ਯਾਦ ਕਰਨਾ ਹੈ, ਕਥਾ ਕਰਨ ਦੀ ਲੋੜ ਹੈ। ਗੁਣ ਪਰਿਪੂਰਨ ਪਰਮਾਤਮਾ ਪਰਿਵਾਰ ਨੂੰ ਯਾਦ ਕਰਨਾ ਹੈ, ਧਨ ਸੰਪਦਾ ਨੂੰ ਯਾਦ ਕਰਨਾ ਹੈ, ਫਿਲਸਫਾ ਘੋਟਣ ਦੀ ਲੋੜ ਹੈ। ਮਾਹੌਲ ਤੋਂ ਜੋ ਗੁਰੂ ਨੇ ਪ੍ਰਭਾਵ ਹੈ ਮਨ ਤੇ ਯਾਦ ਆਉਂ ਆਪ ਦੇ ਸਾਹਮਣੇ ਰੱਖ, ਬਿਨਾਂ ਵਾਜਿਆਂ ਵਜਾਇਆਂ ਧਨ ਯਾਦ ਆਉਂਦਾ, ਪਿਆਰੇ ਇਨ ਬਿਨਾਂ ਤਬਲਿਆਂ ਖੜਕਾਇਆਂ ਪਰਿਵਾਰ ਯਾਦ ਆਉਂਦਾ। ਮੈਂ ਕੀਏ ਬਿਨਾਂ ਫਿਲਸਫਾ ਘੋਟਿਆਂ ਮਿੱਤਰ ਯਾਦ ਆਉਂਦੇ ਨੇ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਪਰਮਾਤਮਾ ਯਾਦ ਦਾ ਹਿੱਸਾ ਨਹੀਂ ਬਣਦਾ, ਉਸ ਤੋਂ ਮਨ ਪ੍ਰਭਾਵਿਤ ਹੈ। ਕਿਸ ਵਿਧੀ ਜਿਸ ਤੋਂ ਮਨ ਪ੍ਰਭਾਵਿਤ ਹੈ ਦਿਲ ਉਸ ਨੂੰ ਯਾਦ ਕਰੇ ਤੇ ਖੇਜ ਨਹੀਂ ਬਣਦੀ। ਔਰ ਜਿਸ ਨੂੰ ਦਿਲ ਯਾਦ ਕਰ ਰਿਹਾ ਹੈ ਉਹਦੀ ਗੱਲ ਫਿਰ ਦਿਲ ਤੋਂ ਨਿਕਲੇ। ਹਰ ਮਨੁੱਖ ਨੇ ਅਗਰ ਦਿਲ ਤੋਂ ਨਿਕਲੇਗੀ ਤਾਂ ਦਿਲ ਤੱਕ ਪਹੁੰਚੇ। कर्म ते कीते दिल से जो बात निकलती है असर रखती है, पर नहीं ताकते कुरान परवाज मगर रखती है। कर्म कर रहे हैं कोई कुरान, तो मैं फिर अपने नुक्ता निगाहते आवा धन गुरु नानक देव जी महाराज कहते ने ਨੂੰ ਆਧਾਰ ਬਣਾ ਕੇ ਕਾਇਆ कर्म कर रहे हैं, कोई ਮੰਦਰ ਨੂੰ ਆਧਾਰ ਬਣਾ ਕੇ ਧਾਰਮਿਕ कर्म कर रहे हैं, कोई ਗੁਰਦੁਆਰੇ ਨੂੰ ਆਧਾਰ ਬਣਾ ਕੇ रत्ना की ਧਾਰਮਿਕ कर्म कर रहा है। ਜ਼ਬਾਨ ਰਤਨਾ ਦੀ ਖਾਣ ਨੂੰ ਆਧਾਰ ਬਣਾ ਕੇ ਕਰਮ ਤੇ ਬੜੇ ਕੀਤੇ, ਪਰ ਅੱਲਾਹ ਦੀ ਇੱਕ ਬੋਲ ਜਿਸ ਤੋਂ ਕਈ ਰਤਨ ਕੁਰਬਾਨ ਕੀਤੇ ਜਾ ਸਕਦੇ। ਮੰਦਰ ਨੂੰ ਆਧਾਰ ਬਣਾ ਕੇ ਕਰਮ ਤੇ ਬਹੁਤ ਕੀਤੇ, ਰਤਨਾ ਕੀ ਲਲਤਾ ਦੀ ਕੋਈ ਖਬਰ ਅਗਰ ਆਵਾਜ਼ ਤਨ ਸਾਸ, ਤੇ ਗੁਰਦੁਆਰੇ ਨੂੰ ਆਧਾਰ ਬਣਾ ਕੇ ਗੁਰੂ ਨੂੰ ਆਧਾਰ ਬਣਾ ਕੇ ਕਰਮ ਤੇ ਬੜੇ ਕੀਤੇ ਨੇ ਕਰ ਰਿਹਾ ਹੈ, ਔਰ ਗੁਰੂ ਦਾ ਸਵਾਸਾਂ ਚਾਹੁੰਦੇ। ਤਖਤ ਪਟਨਾ ਸਾਹਿਬ ਮੈਂ ਇਸ ਦੇ ਅਰਥ ਕੀਤੇ ਅੱਜ ਤੋਂ ਗੁਰੂ ਦੀ ਛਾਪ ਮਨੁੱਖ ਦੀ ਜ਼ਿੰਦਗੀ ਦੇ ਚੋਂ ਨਹੀਂ ਮਿਲਦੀ। ਲੜੀਵਾਰ ਕਥਾ ਹੁੰਦੀ ਹੈ ਗੁਰਬਾਣੀ ਦੀ, ਉੱਥੇ ਗੁਰੂ ਦੀ ਮਹਿਕ ਜਪਜੀ ਸਾਹਿਬ ਤੋਂ ਲੈ ਕੇ ਮਨੁੱਖ ਦੇ ਵਿਚਾਰਾਂ ਦੇ ਚੋਂ ਨਹੀਂ ਮਿਲਦੀ। ਜਿਨ੍ਹਾਂ ਦੇ ਨਾਲ ਦਾਸ ਸੀ ਇਹ ਪੰਕਤੀਆਂ, ਗੁਰੂ ਦਾ ਰਸ ਮਨੁੱਖ ਦੇ ਆਚਰਣ ਦੇ ਚੋਂ ਨਹੀਂ ਟਪਕਦਾ। ਤਾਂ ਮੈਂ ਗੁਰੂ ਦੀ ਮਹਿਮਾ ਦਾ ਇਸ ਦੇ ਕਰਮਾਂ ਤੋਂ ਨਹੀਂ ਪਤਾ ਚੱਲਦਾ। ਉਹਨਾਂ ਦੇ ਕਰਮਾਂ ਵਿੱਚ ਰੱਬੀ ਮਹਿਕ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ।
ਸੰਤ ਕਰਤਾਰ ਸਿੰਘ ਜੀ ਲਫ਼ਜ਼ ਜੋ ਵਰਤੇ ਹੈ ਇਤਨੇ ਕਿ ਗਿਣ ਵੀ ਨਹੀਂ ਸਕਦੇ। ਇੰਨੇ ਸਾਹਿਬ ਗੁਰਦੁਆਰਾ ਬਣਾਇਆ, ਬੇਬੇ ਨਾਨਕੀ ਦਾ ਸਥਾਨ ਵੀ ਉਹਨਾਂ ਨੇ ਬਣਾਇਆ, ਜੀਵਨ ਸਾਹਿਬ ਦੀ ਸਾਰੀ ਸੇਵਾ ਉਹਨਾਂ ਨੇ ਕੀਤੀ। ਆਖਰ ਇੱਕ ਧਾਰਮਿਕ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੁਬਾਰਾ ਦਰਬਾਰ ਸਾਹਿਬ ਤੇ ਸੋਨਾ ਵੀ ਉਹਨਾਂ ਨੇ ਕੀਏ ਕਰਮ ਅਨੇਕਾ ਔਰ ਡੂੰਗੀ ਬੜੀ ਸਾਂਝ ਭਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ ਚਲਾਣਾ ਕਰ ਗਏ। हे ਪ੍ਰਭੂ, ਆਪਣੀ ਬੁੱਧ ਦੇ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਦਾਨ ਵੀ ਗੈਰਾਜ਼ਰੀ ਕਰਦੇ ਹੀ ਨਹੀਂ ਸਨ, ਗਿਆਨ ਵੀ ਬੜਾ ਇਕੱਠਾ ਕੀਤਾ। ਕਥਾ ਕੀਰਤਨ ਵੀ ਬੜੀ ਸੁਣੀ ਹੈ, ਉਹ ਵੀ ਬੈਠੇ ਸਾ ਕਥਾ ਦੇ ਸਰੋਤਿਆਂ ਵੀ ਬੜਾ ਪਾਠ ਬਹੁਤ ਸੁਣੇ। ਸਮਾਪਤੀ ਤੋਂ ਬਾਅਦ ਮੇਰੇ ਕਮਰੇ ਚ ਆ ਗਿਆ, ਕਹਿੰਦੇ ਮਸਕੀਨ ਜੀ ਮੇਰਾ ਦਿਲ ਬਹੁਤ ਦੁਖਿਆ, ਸੇਵਾ ਵੀ ਬਹੁਤ ਕੀਤੀ ਹੈ, ਦਾਨ ਵੀ ਬੜਾ ਦਿੱਤਾ ਹੈ। ਅਗਰ ਆਵਾਜ਼ ਤਨ ਸਾਸ ਸੀਨੇ ਤੇ ਹੱਥ ਰੱਖ ਕੇ ਕਹਿ ਸਕਦੇ ਹਾਂ ਦੇ ਸੁਗੰਧ ਕੀਤੇ ਹੋਏ ਦਾਨ ਨੇ ਭਗਵਾਨ ਮਿਲਾ ਦਿੱਤਾ। ਮਾਰਵ ਜਿੱਤੀ ਹੋਈ ਸੇਵਾ ਕਰਕੇ ਪ੍ਰਭੂ ਦੀ ਝਲਕ ਮਿਲੀ ਤਾਂ ਜ਼ਬਾਨ ਰਤਨ ਹੋ ਗਈ ਹੈ। ਸੁਣੇ ਹੋਏ ਪਾਠ ਕਰਕੇ ਜਾਂ ਸੁਣਾਏ ਹੋਏ ਪਾਠ ਕਰਕੇ ਪ੍ਰਮਾਤਮਾ ਦੀ ਕੋਈ ਮਹਿਕ ਆਈ, ਤਨ ਸਵਾਸ ਸਵਾਸ ਗਿਆ। ਸੁਣੀ ਹੋਈ ਕਥਾ ਕਰਕੇ ਜਾਂ ਕੀਤੀ ਹੋਈ ਕਥਾ ਕਰਕੇ ਉੱਥੇ ਸੁਣੇ ਹੋਏ ਕੀਰਤਨ ਕਰਕੇ ਸਵਾਸਾਂ ਵਿੱਚ ਖੁਸ਼ ਸੁਣਾਏ ਹੋਏ ਕੀਰਤਨ ਕਰਕੇ ਕੁਝ ਖਬਰ ਮਿਲੀ। ਮੈਨੂੰ ਕਹਿਣ ਲੱਗੇ ਜਾਂ ਤੇ ਤੁਹਾਡਾ ਮਨ ਨਹੀਂ ਮੰਨਦਾ, ਚਲੋ ਹਰ ਜਗ੍ਹਾ ਨਹੀਂ ਤਾਂ ਹੁਣ ਮਹਾਰਾਜ ਦੀ ਹਜ਼ੂਰੀ ਚ ਇਤਨੀ ਸੱਚਾਈ ਤੇ ਕਬੂਲ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਚਾਹੁੰਦਾ ਮੇਰੇ ਮੂੰਹ ਚੋਂ ਕੁਝ ਦਾਨ ਕਰਕੇ ਪਤਾ ਚੱਲੇ, ਨਾ ਗਿਆਨ ਕਰਕੇ। ਮਨੁੱਖ ਚਾਹੁੰਦਾ ਨਾ ਕਥਾ ਕਰਕੇ ਕੋਈ ਖਬਰ ਮਿਲੀ, ਨਾ ਜਿਹਨੂੰ ਬਹੁਤ ਬੁਰਾ ਲੱਗਦਾ ਹੈ ਮੂੰਹ ਚ ਬਦਬੂ ਆਉਂਦੀ, ਨਾ ਸੇਵਾ ਕਰਕੇ ਕੁਝ ਪਤਾ ਚੱਲਿਆ। ਅਗਰ ਆਵਾਜ਼ ਤਨ ਸਾਫ਼ ਲਿਖਿਆ, ਤਨ ਦੇ ਚੋਂ ਜੋ ਸਵਾਸ ਨਿਕਲੇ, ਮੂੰਹ ਦੇ ਜੋ ਹਵਾ ਦੀ ਖਬਰ ਮਿਲੇ, ਜੋ ਜੋ ਅਸੀਂ ਕੀਤਾ ਇਹਦੇ ਨਾਲ ਤੇ ਗੱਲ ਨਹੀਂ ਬਣੀ, ਉਸ ਦੇ ਸੁਗੰਧ ਆਉਂਦੀ। ਮੈਨੂੰ ਕਹਿਣ ਲੱਗੇ ਯਾਰ ਤੁਹਾਡਾ ਹਿਰਦਾ ਇਸ ਅਰਥ ਨੂੰ ਮੰਨਦਾ ਨਹੀਂ। ਕਰਮ ਤੇ ਧਾਰਮਿਕ ਇਹ ਹੀ ਨੇ ਜੋ ਕੀਤੇ ਜਾ ਰਹੇ ਨੇ, ਜਾਂ ਫਿਰ ਤੁਹਾਨੂੰ ਅਰਥ ਆਏ ਨੇ। ਪਰ ਕਿਸੇ ਵੀ ਕਰਮ ਨੇ ਕੋਈ ਖੁਦਾ ਦੀ ਖਬਰ ਦਿੱਤੀ ਹੋਵੇ, ਕਿਸੇ ਕਰਮ ਨੇ ਪਰਮਾਤਮਾ ਦੀ ਛਾਪ ਜ਼ਿੰਦਗੀ ਦੇ ਛੋੜੀ ਹੋਵੇ, ਕਿਸੇ ਕਰਮ ਨੇ ਗੁਰੂ ਦੀ ਮਹਿਕ ਪੈਦਾ ਕੀਤੀ ਹੋਵੇ ਜ਼ਿੰਦਗੀ 'ਚ, ਐਸਾ ਪ੍ਰਤੀਤ ਨਹੀਂ। ਸਨ 80 ਮੈਂ ਕੀਏ ਕਰਮ ਅਨੇਕਾ, ਬੜੇ ਕੀਤੇ, ਬੜੇ ਕੀਤੇ, ਥੋੜੇ ਮੈਨੂੰ ਕਹਿਣ ਲੱਗੇ ਨਹੀਂ, ਸਵਾਸਾਂ ਦੇ ਖੁਸ਼ਬੂ ਹੋ ਜਾਂਦੀ। ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। हे ਪ੍ਰਭੂ, ਮੈਂ ਆਪ ਕਹਿੰਦੇ ਹੱਕ ਹਾਰ ਕੇ ਮੈਂ ਤੇਰੀ ਸ਼ਰਨ ਆਇਆ, ਕਿਉਂਕਿ ਇਤਨੀ ਤੇ ਮੈਨੂੰ ਸਮਝ ਆ ਗਈ ਜੋ ਮੈਂ ਕੀਤਾ ਇਸ ਨਾਲ ਤੇ ਗੱਲ ਨਹੀਂ ਬਣੀ, ਉਹ ਦਿਖਾਣਾ ਹੀ ਬਣੀ। ਜਾਂ ਤੇ ਮਨੁੱਖ ਕਹਿ ਦੇ ਪ੍ਰਮਾਣ ਨਾਲ ਤੁਸੀਂ ਮੇਰੇ ਦਿੱਤੇ ਦਾਨ ਨਾਲ ਭਗਵਾਨ ਮਿਲ ਗਏ, ਤੁਸੀਂ ਕਥਾ ਕਰਨੀ ਹੈ। ਮੇਰੇ ਇਕੱਠੇ ਕੀਤੇ ਹੋਏ ਗਿਆਨ ਨਾਲ ਹਕੀਕਤ ਹੈ, ਭਗਵਾਨ ਪ੍ਰਗਟ ਹੋ ਗਏ ਤੇ ਚਲੋ ਇਹ ਗਿਆਨ ਉਸ ਦੀ ਸਵਾਸਾਂ 'ਚ ਖੁਸ਼ਬੂ ਹੋ ਜਾਂਦੀ। ਅਗਰ ਇੱਥੇ ਮੇਰੀ ਕੀਤੀ ਹੋਈ ਸੇਵਾ ਕਰਕੇ ਨਾਲ ਤੇ ਦਿਖਾਈ ਦਿੰਦਾ ਨਹੀਂ ਪ੍ਰਮਾਤਮਾ, ਗੁਰੂ ਪ੍ਰਗਟ ਹੋ ਗਏ ਤੇ ਲੋਕ ਹੋ ਸਕਦੀ ਹੋ ਗਈ, ਮੰਨ ਲੈਂਦੇ ਤੇ ਸਾਰਾ ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇ ਸਕਦਾ ਹੈ। ਸਵਾਸਾਂ ਮਨ ਨੂੰ ਨਿਰਾਸ਼ ਵੀ ਨਾ ਕਰ ਲੈਣਾ। ਉਹ ਮੈਨੂੰ ਲੈ ਗਏ ਸਨ ਗੰਜ ਡਡਵਾੜਾ, ਇੱਥੇ ਲੌਂਗ ਆਈਲੈਂਡ ਪਿੱਛੇ ਜਦ ਮੈਂ 40-50 ਹਜ਼ਾਰ ਦੀ ਆਬਾਦੀ ਦਾ ਇੱਕ ਸੱਜਣ ਮੈਨੂੰ ਕਹਿਣ ਲੱਗਾ, ਜ਼ਿਲ੍ਹਾ ਹੈ ਏਟਾ, ਯੂਪੀ, ਸੇਠੀ ਸਾਹਿਬ ਉਹਨਾਂ ਦੇ ਕੋਲ ਹੀ ਬੈਠਾ ਸੀ, ਸ਼ਾਇਦ ਪਤਾ ਨਹੀਂ ਮੈਂ ਆਪ ਨੂੰ ਇਹ ਘਟਨਾ ਸਰਵਨ ਕਰਾਈ। ਕਹਿਣ ਲੱਗਾ ਥੋੜਾ ਥੱਲੇ ਲੈ ਕੇ ਗੱਲ ਨਹੀਂ ਕੀਤੀ, ਸਾਰੇ ਅਖਬਾਰਾਂ 'ਚ ਇਹ ਖਬਰ ਛਪੀ ਸੀ ਫਰੰਟ ਪੇਜ ਤੇ। ਮੈਂ ਕਿਹਾ ਥੱਲੇ ਲੈ ਕੇ ਗੱਲ ਹੋਈ ਤੇ ਇੱਕ ਪਰਮਾਤਮਾ ਦੀ ਅਖਬਾਰ ਹੈ ਜੋ ਕਿਸੇ ਹੱਦ ਤੱਕ ਕਮਿਊਨਿਸਟ ਮੰਨਿਆ ਜਾਂਦਾ ਹੈ, ਕਰੰਜੀਆ ਥੱਲੇ ਲੈ ਕੇ ਜਿਹੜੀ ਗੱਲ ਹੈ ਕਮਿਊਨਿਸਟ ਮੰਨਿਆ ਜਾਂਦਾ। ਕਹਿੰਦਾ ਇਹ ਸਾਰਾ ਦਿਨ ਚਲਦੀ ਰਹਿੰਦੀ, ਹੈਰਾਨ, ਔਰ ਮੈਨੂੰ ਫਰੰਟ ਪੇਜ ਦੇ ਉੱਤੇ ਹਰ ਖਬਰ ਵੀ ਦੇਣੀ ਪਈ ਹੈ ਔਰ ਆਪਣੀ ਤਰਫ ਥੱਲੇ ਲੈ ਕੇ ਗੱਲ ਹੋਈ, ਆਰਟੀਕਲ ਵੀ ਲਿਖਿਆ ਉਸਨੇ ਪੂਰਾ। ਕਹਿਣ ਲੱਗੇ ਫਿਰ ਇਸ ਨਾਲ ਤੇ ਤਾਲਮੇਲ ਨਹੀਂ ਬੈਠਦਾ। ਉੱਥੇ ਇੱਕ ਹੈ तो मैं 70 ਜਗਤ ਦੇ ਬਾਬਾ, ਇਹ ਅਵਤਾਰੀ ਪੁਰਸ਼, ਛੋਟਾ ਜਿਹਾ ਗੁਰਦੁਆਰਾ ਹੈ ਤੇ ਗਾਜ਼ਰਨ ਕੋਈ ਉਸਨੇ ਗੱਲ ਨਹੀਂ ਕੀਤੀ। 26 ਘਰ ਨੇ ਪਿੱਛੋਂ ਜ਼ਿਲ੍ਹਾ ਗੁਜਰਾਤ ਵਿਵੇਕਾਨੰਦ ਨੂੰ ਪੜਿਆ ਸੀ ਤੇ ਉਹ ਕਹਿੰਦਾ ਹੈ ਇਹ ਜਿਹੜੇ ਅਵਤਾਰ ਨੇ ਨਾ ਸਮੇਂ ਤੋਂ ਪਹਿਲੇ ਆ ਜਾਂਦੇ ਨੇ। ਉਹਨਾਂ ਨੇ ਗੁਰਦੁਆਰਾ ਜਦ ਆਉਂਦੇ ਨੇ
ਇੱਕ ਬਾਬਾ ਉਸ ਗੁਰਦੁਆਰੇ 'ਚ ਰਹਿ ਰਿਹਾ ਸੀ 10-12 ਸਾਲ ਦਾ, ਨਾ ਟਿਕਾਣੇ ਦਾ ਕਿਸੇ ਨੂੰ ਨਹੀਂ ਪਤਾ। ਜਦ ਕਿਧਰੇ ਕੋਈ ਇੱਕ ਅਧ ਸੁਣਨ ਵਾਲਾ ਸਮਝਣ ਵਾਲਾ ਪੈਦਾ ਹੁੰਦਾ ਉਦੋਂ ਹੁੰਦੇ ਨਹੀਂ। ਪੇੜ ਸਿਰਫ ਇੱਕ ਤਹਿਮਤ ਬਣਦਾ ਸੀ। ਹੈਰਾਨ ਹੋਇਆ ਉਸ ਮਹਾਂਪੁਰਸ਼ ਦੇ ਬੋਲ। ਸਿਰ ਦੇ ਉੱਤੇ ਕੋਈ 2 ਗਜ਼ ਦੀ ਦਸਤਾਰ ਐਵੇਂ ਲਪੇਟੀ। ਸਾਰੇ ਹੀ ਅਵਤਾਰ ਸਮੇਂ ਤੋਂ ਪਹਿਲੇ ਆਏ ਨੇ, ਨੰਗਾ ਹੀ ਰਹਿੰਦਾ। ਕਿਸੇ ਵਾਸਤੇ ਕਿਸੇ ਨੂੰ ਸੂਲੀ ਤੇ ਚਾੜਿਆ ਗਿਆ, ਕਿਸੇ ਦੇ ਦੰਦ ਤੋੜੇ, ਕੋਈ ਕੱਪੜਾ ਨਹੀਂ ਲੈਂਦਾ ਸੀ। ਮੁਹੰਮਦ ਸਾਹਿਬ ਦੇ ਦੰਦ ਤੋੜੇਗਾ, ਕਿਸੇ ਨੂੰ ਤਵੀ ਤੇ ਬਿਠਾਇਆ ਗੁਰਦੁਆਰੇ ਆਉਂਦਾ ਸੀ, ਕਿਸੇ ਨੂੰ ਪਿੰਜਰੇ ਦੇ। ਭਾਰਤ ਵਿੱਚ ਕਈ ਗੁਰਦੁਆਰਿਆਂ ਡਾਲੀ ਦਾ ਪ੍ਰਸ਼ਾਦ ਆਉਂਦਾ, ਕਿਸੇ ਦੇ ਬੱਚਿਆਂ ਨੂੰ ਦੀਵਾਰਾਂ ਦੇ ਚਿਣਿਆ ਗਿਆ ਜਾਂਦੇ ਨੇ, ਉਹ ਲੰਗਰ ਚੱਲਦਾ। ਕਿਸੇ ਦੇ ਭਗਤ ਸਿੱਖ ਦੇ ਬੰਦ ਕੱਟੇ ਗਏ। ਅੱਜ ਕਿਸੇ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਪਿੰਡਾਂ ਯੂਪੀ ਦੇ ਪਿੰਡਾਂ ਮਾਰਿਆ ਗਏ ਨੇ। ਲੰਗਰ ਜ਼ਰੂਰ ਚੋਰੀ ਕੀਤੀ ਸੀ, ਯਾਰੀ ਕੀਤੀ ਸੀ, ਹਿੰਸਾ ਕੀਤੀ ਸੀ, ਲੋੜ ਨਹੀਂ ਪੈਂਦੀ। ਹਰ ਘਰ 'ਚੋਂ ਥੋੜਾ ਆ ਜਾਂਦਾ। ਉਹ ਜੋ ਇਕੱਠਾ ਹੁੰਦਾ ਉਹਨੂੰ ਚੋਰ ਨੂੰ ਵੀ ਇਸ ਢੰਗ ਦੀ ਸਜ਼ਾ ਨਹੀਂ ਦਿੱਤੀ। ਗੁਰਦੁਆਰਾ ਸਟਾਫ ਜਾਂ ਹੋ ਕਿਸੇ ਦੁਰਾਚਾਰੀ ਨਾਲ ਵੀ ਇਸ ਢੰਗ ਦਾ ਵਿਵਹਾਰ ਨਹੀਂ ਕੀਤਾ। ਡਾਲੀ ਦਾ ਪ੍ਰਸ਼ਾਦਾ ਹਰ ਗੁਰਦੁਆਰੇ ਇੱਕ ਟਾਈਮ ਆਉਂਦਾ ਦੁਪਹਿਰ ਨੂੰ। ਕਿਸੇ ਕਾਤਲ ਨਾਲ ਵੀ ਇਸ ਢੰਗ ਦੀ ਸਜ਼ਾ ਆਈ ਹੋਵੇ ਕਿ ਇਹਦੇ ਬੰਦ ਕਟੋ, ਐਸਾ ਤੇ ਨਹੀਂ। ਬਾਕੀ ਕੋਈ ਲੋੜਾਂ ਨਹੀਂ, ਨਾ ਉਸਨੇ ਕਦੀ ਪਹਿਲੇ ਆ ਜਾਂਦੇ ਨੇ ਸੰਗਤਾਂ ਦੇ ਸਾਹਮਣੇ ਕੋਈ ਗੱਲ ਕੀਤੀ ਤੇ ਨਾ ਹੀ ਕਦੀ ਸੰਗਤ ਨੇ ਪੁੱਛਣ ਦੀ ਕੋਸ਼ਿਸ਼ ਕੀਤੀ। ਇਤਨੇ ਉੱਚੇ ਹੁੰਦੇ ਨੇ, ਇਤਨੇ ਉੱਚੇ ਹੁੰਦੇ ਨੇ ਕਿ ਲੋਕਾਂ ਦੇ ਸਿਰ ਇਸ ਤਰ੍ਹਾਂ ਰਹਿੰਦਾ ਸੀ ਜਿਵੇਂ ਸਿਰ ਨੀਵਾਂ ਹੋਣਾ ਕਬੂਲ ਨਹੀਂ। ਆਪਣੀ ਉਪਸਥਿਤੀ, ਆਪਣੀ ਮੌਜੂਦਗੀ ਕਿਸੇ ਪੱਖ ਤੋਂ ਵੀ ਜ਼ਾਹਿਰ ਹੋਣ ਦੀ ਕੋਸ਼ਿਸ਼ ਨਹੀਂ ਕਰਦਾ ਸੀ ਕਿ ਮੈਂ ਵੀ ਹਾਂ। ਤੂੰ ਆਪਣਾ ਸਿਰ ਜ਼ਰਾ ਨੀਵਾਂ ਕਰ, ਇਹ ਵੀ ਮੈਂ ਅਰਜ਼ ਕਰ, ਤੂੰ ਨੀਵਾਂ ਨਹੀਂ ਤੇ ਕਰੀਬਨ ਮਨੁੱਖ ਦੀ ਕੋਸ਼ਿਸ਼ ਹੁੰਦੀ ਹੈ। ਪਰਮਾਤਮਾ ਹੀ ਨੀਵਾਂ ਹੋ ਗਿਆ ਤੇ ਫਿਰ ਪਰਮਾਤਮਾ ਸਾਡੇ ਵਰਗਾ ਚਲੇ, ਮੈਂ ਵੀ ਆਇਆ, ਮੈਂ ਵੀ ਹਾਂ। ਉਹਦੀ ਕੋਸ਼ਿਸ਼ ਹੁੰਦੀ ਸੀ ਕਿ ਮੇਰੇ ਸਾਦੀ ਸਾਹਿਬ ਕਹਿੰਦੇ ਨੇ, ਐ ਬੰਦੇ ਜੇ ਤੂੰ ਚਾਹੁੰਦਾ ਹੈ ਮੇਰਾ ਸਿਰ ਮਹਿਦੂਦ ਇੱਥੇ ਹੋਣ ਦਾ ਪਤਾ ਨਾ, ਤੇਰੇ ਕਦਮਾਂ ਤੇ ਹੋਵੇ, ਸਥਿਤੀ ਦਾ ਪਤਾ ਨਾ ਚੱਲੇ, ਮੇਰੀ ਮੌਜੂਦਗੀ ਦਾ ਪਤਾ, ਤੇਰੇ ਕਦਮ ਜ਼ਮੀਨ ਤੋਂ ਇਤਨੇ ਤੇ ਉੱਚੇ ਹੋਣੇ ਚਾਹੀਦੇ ਨੇ ਜਿਤਨਾ ਮੇਰਾ ਜ਼ਬਾਨ ਖੋਲੀ ਸੰਗਤ ਦੇ ਵਿੱਚ। ਮੈਂ ਲਫ਼ਜ਼ ਫਿਰ ਦੁਹਰਾਉਣ ਲੱਗਾ, ਤੁਹਾਡਾ ਬਹੁਤ ਧੰਨਵਾਦ। ਐ ਬੰਦੇ ਮੈਂ ਕੱਲ ਚਾਹਨਾ ਹੈ ਮੇਰਾ ਸਿਰ ਤੇਰੇ ਕਦਮਾਂ ਤੇ ਹੋਵੇ। ਨੇ ਕਿਹਾ ਕਿਉਂ? ਕਿਸੇ ਨੇ ਕੁਝ ਕਹਿ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦੇ ਨੇ ਜਿਤਨਾ ਮੇਰਾ ਸਿਰ ਹੈ, ਨਹੀਂ ਤੇ ਮੈਂ ਕਿਉਂ ਝੁਕਾਂ? ਕੀ ਸੱਦਾ ਹੀ ਆ ਗਿਆ ਤੇ ਹੁਣ ਕੀ ਰਹਿਣਾ? ਸੱਦਾ ਹੀ ਆ ਗਿਆ। ਪਰ ਜਿਤਨਾ ਸਿਰ ਉੱਚਾ ਹੈ ਇਤਨੇ ਕਦਮ ਸਨ, ਉਹਨਾਂ ਨੂੰ ਕੁਝ ਮਾੜੀ ਜਿਹਾ ਸਮਝ ਨਹੀਂ। ਉਸਦੇ ਕਦਮ ਤੇ 7 ਆਸਮਾਨਾਂ ਤੋਂ ਵੀ ਉੱਚੇ ਹੈ। ਕਹਿਣ ਲੱਗੇ ਚਲੇ ਜਾਣਾ, ਹਾਂ ਬਹੁਤ ਬਾਹਰ ਤੋਂ ਹੀ ਚਲੇ ਜਾਣਾ, ਇਤਨੇ ਉੱਚੇ ਨੇ। ਤੇ ਫਿਰ ਸਾਰੇ ਮਿਲ ਕੇ ਕਹਿਣ ਲੱਗੇ ਅਹੰਕਾਰ ਨੂੰ ਪੰਡਿਤ ਦਾ ਦਾਹ ਸੰਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ। ਮੈਂ ਕੀ ਇਹ ਕਰਮ ਅਨੇਕਾ ਵਿਅੰਗਮ ਜਾਂ ਸੰਤ ਕਹਿੰਦੇ ਨੇ, ਕਿਹੜੇ ਕਰਮ ਨਾਲ ਮਿਲੇ? ਦਾਨ ਕਰ ਕਰਕੇ ਮੈਂ ਗੰਜ ਡੜਵਾੜੇ ਦੇ ਨੇੜੇ ਤੇ ਗਿਆਨ ਇਕੱਠਾ ਕਰ ਕਰਕੇ ਲੰਘਦੀ ਹੈ, ਸੇਵਾ ਕਰ ਕਰਕੇ ਵੀ ਮੈਂ ਥੱਕਿਆ, ਕੀਰਤਨ ਸੁਣ ਕੇ ਵੀ ਥੱਕਿਆ। ਸੱਚਾਈ ਇਹ ਗੱਲ ਵੱਖਰੀ ਹੈ, ਸਰੀਰਾਂ ਨੂੰ ਇਸ ਤਰ੍ਹਾਂ ਕਰਦੇ ਆ। ਪਾਠ ਕਰ ਕਰਕੇ ਵੀ ਮੈਂ ਥੱਕਿਆ। ਕਰੀਏ ਕਿ ਜਲ ਪ੍ਰਵਾਹ ਕਰੀਏ, ਹੁਕਮ ਕਰੋ। ਗੁਰਦੁਆਰੇ ਆ ਕਾ ਆਪ ਲਗੇ ਨਾ ਦਾਸ ਸੰਸਕਾਰ ਕਰਨਾ, ਫਰੀਦ ਜਲ ਪ੍ਰਵਾਹ ਕਰਨਾ, ਚੱਲਣ ਰਤਨ ਸੋਚਿਆ ਸ਼ਾਇਦ ਕਹਿੰਦਾ ਸੁਣੀ ਅਰ ਬਹਿ ਗਏ। ਕਹਿੰਦਾ ਹੈ ਆਪਣਾ ਦਾਸ ਸੰਸਕਾਰ ਆਪ ਤੇ ਦੰਦ ਵੀ ਗਏ। ਪਤਾ ਹੈ ਕਸਬੇ ਚ ਚਰਚਾ ਕੀ ਫੈਲ ਗਈ, ਕੱਲ ਖੁਦਕਸ਼ੀ, ਹੁਣ ਤੇ ਪੈਰ ਵੀ ਗਏ, ਚੱਲ ਵੀ ਨਹੀਂ ਸਕਦੇ। ਕਹਿੰਦਾ ਜੋ ਹੈ ਮੈਂ ਆਪਣਾ ਰਤਨ, ਹੁਣ ਤੇ ਜ਼ਬਾਨ ਵੀ ਗਈ, ਮੈਂ ਸਹੀ ਬੋਲ ਵੀ ਨਹੀਂ ਸਕਦੇ। ਪ੍ਰਬੰਧਕਾਂ ਨੇ ਇਹ ਵੀ ਕੋਸ਼ਿਸ਼ ਕੀਤੀ, ਸੁਣੀ ਯਾਰ ਬਹਿ ਗਏ, ਹੁਣ ਤੇ ਕੰਨ ਵੀ ਸੁਣਨੋਂ ਰਹਿ ਗਏ। ਚਿੱਤਾ ਬਣਾ ਕੇ ਤੇ ਆਪ ਹੀ ਆਪਣੇ ਆਪ ਨੂੰ ਜਲਾ ਗਏ। ਇੰਜ ਲੱਗਦਾ ਹੈ ਇਹ ਕੰਮ ਕਿਧਰੇ ਗੁਰਦੁਆਰੇ ਬਾਜ਼ੀ ਵੀ ਖਾਧੀ ਜਾਏਗੀ। ਖੇਡਣੀ। ਸਵੇਰੇ ਸੁਖਮਨੀ ਸਾਹਿਬ ਦਾ ਪਾਠ ਹੋਇਆ, ਉਹ ਗਏ ਮੇਰੇ ਕੰਨ, ਗੁਰਦੁਆਰਿਆਂ ਦੀ ਗਈਆਂ ਮੇਰੀਆਂ ਮਰਿਆਦਾਵਾਂ, ਸਵੇਰੇ ਪਾਠ ਗਏ ਮੇਰੇ ਪੈਰ, ਆਸਾ ਦੀਵਾਰ ਦਾ ਦਾਮਨ ਪਕੜ ਸਕਾਂ ਹੁਣ ਤੇ ਹੱਥ ਵੀ ਕੰਬਦੇ ਨੇ। ਬਾਬਾ ਫਰੀਦ ਅਰਦਾਸੇ ਤੋਂ ਬਾਅਦ ਸਾਰਿਆਂ ਨੂੰ ਫਤਿਹ ਬੁਲਾ ਕੇ ਨਾ ਤੇ ਮਹਾਰਾਜ ਦੇ ਉਦੋਂ ਇਹਨਾਂ ਨੇ ਕਿ ਅਰਥਾਂ ਦੇ ਅਸੀਂ ਹੋਰ ਅਰਥ ਕਰ ਲੈਂਦੇ ਹਾਂ। ਸਿਰਫ ਤਹਿਮਦ ਸੀ, ਬਦਨ ਸਾਰਾ ਨੰਗਾ। ਨਾ ਬਾਬਾ ਜੀ ਕਹਿ ਰਹੇ ਨੇ, ਇਹ ਕਾਂ ਅਜੇ ਤੂੰ ਮੇਰੀਆਂ ਅੱਖਾਂ ਨਾ ਖਾ। ਸੜਿਆ ਤੇ ਮੈਂ ਸੀਸ ਨੂੰ ਯੋਗਾ ਅਗਨ ਕਹਿੰਦੇ ਨੇ, ਕਬੀਰ ਨੇ ਵੀ ਜ਼ਿਕਰ ਕੀਤਾ, ਬ੍ਰਹਮ ਅਗਨ ਸਿਰਦ ਹੋ ਗਏ ਸਨ। ਬੁਢੇਪੇ ਦਾ ਕਾਂ ਹੁਣ ਅੱਖਾਂ ਦੀ ਜੋਤ ਨੂੰ ਮੱਧਮ ਕਰ। ਬਰਫਾਨੀ ਪਹਾੜਾਂ 'ਚ ਜਿਹੜੇ ਯੋਗੀ ਰਹਿੰਦੇ ਸਨ ਤੇ ਦੇਖ ਲੈਂਦੇ ਸਨ ਅੰਤਮ ਸਮਾਂ ਆਇਆ, ਇਸੇ ਅਗਨ ਦੇ ਕੰਮ ਕਰਨ ਦੀ ਤਾਕਤ ਚਲੀ ਗਈ। ਮੂੰਹ ਦੇ ਚੋਂ ਦੰਦ ਚਲੇ ਗਏ,
ਤੋ ਬੁਢੇਪੇ ਦੇ ਪ੍ਰਵਾਹ ਕਰਕੇ ਅੱਖਾਂ ਦੀ ਜੋਤ ਹਜ਼ਾਰਾਂ ਸਾਲ ਪੁਰਾਣੀ ਘਟਨਾ ਵੀ ਨਹੀਂ ਹੈ, ਇਹ ਹੁਣੇ ਹੀ ਹੋਇਆ। ਉਸ ਵਕਤ ਦੇ ਫਰਿਆਦ ਕੀਤੀ ਹੈ, ਬੁਢੇਪਾ ਕਮ ਸੇ ਕਮ ਮੇਰੀ ਅੱਖਾਂ ਦੇ ਸਾਰੇ ਪੇਪਰਾਂ ਨੇ ਛਾਪ, ਅਜੇ ਤੇ ਮੈਂ ਖੁਦਾ ਨੂੰ ਦੇਖਿਆ ਹੀ ਨਹੀਂ, ਔਰ ਫਰੰਟ ਪੇਜ ਤੇ ਛਾਪੀ, ਤਸਵੀਰਾਂ ਦੇ ਨਾਲ ਦੇਖੀ ਨਹੀਂ। ਖੁਦਕਸ਼ੀ ਕਰੇਗਾ तो करीबन अजे तो मैं सारी संगत भी इकट्ठी सी और हिंदू वीर भी आ गए तो किते खुदकशी करे। दरअसल ये दो अखां बंद होवन, इस तो पहले एक तीजी अख खुलनी चाहिए जिस फोटोग्राफ दिखाई दे। रब दी नेत नाल ही उसकी दुकान सी तमाशबीन दी तीजी की खुले, दो भी बंद हो जाए। सारियां दे सामने करिश्माओं लगना इकट्ठियां करे ते रोके कोई। कर्म दी सफलता यही है, वो तीजी अख खुले और चारों पासे सुगंध फैल गई। दो बंद हो गई, तीजी ते खुली कोई नहीं। अजीब बाबा फरीद इस दा जिक्र पे करते हैं। बुढ़ेपे ने मेरे पैर दा प्रकाश भी अजीबो गरीब निक्की यानी चानना इस तरह जिवें दुध दा रंग होंदा ना चिट्टा, इन्हां छोटियां जंगां नाल पैरां नाल मुल्तानी भाषा जंगां कहंदे ने पैरां, सारा शरीर जल गया, राख भी कोई नहीं। इन्हां निक्कियां निक्कियां जंगां नाल शरीर जल गया, थल्ले चढ़ जांदा, पेट नहीं जले। उस डूंगरां दी बुलंदी नूं नाप लैंदा सी, इन्नी निक्की जंगीए थल डूंगर भोयम। अज फरीद कोई 3-4 महीने सैकों कोल पिया कूजा, वुजू करना नहीं चुक सकता। ते मैनू संत करतार सिंह लै गए कोई 13-14 दिन हो। पहाड़ां ते चढ़न वालियां ये लत्तां 2 कदम नहीं लगे सूंगा कि कोई सेंट नहीं छिड़ गया। बुढ़ेपे ने मेरे पैर खा लए, इत्थे कोई फुल नहीं। बुढ़ेपे ने मेरे इत्थे कोई अतर नहीं छिड़ गया। से सुनिया रह कोई अतर फिरोश नहीं है। किसी बुढ़ेपा मेरे कान भी ले गए, कोई सेंट नहीं बिकता। उच्चा सुनन लग पे, वेख है की है। बुढ़ेपा मेरी जबान भी खा गया है, लड़खड़ा गई है हादसे दा। मैं अखबारां थोड़ा जिहा पढ़िया करला पहले दिन बुढ़े कर्क बुद्धि करके पढ़ के भी एक पासे जोत घटन लगी। चलो हो गई होनी कोई गल, रोशनी घटन लग गई। खुशबू की है ते खुदा नूं देखना की है होया नहीं है। सारा संसार जितने चिर तक खुदा दा रूप ना दिखाई दे, कोई खुदा दे दर्शन किसी दा अतर छिड़के होया भी नहीं। गुरु नानक दे दर्शन होए, सानू कृष्ण दे दर्शन होए, होर कोई साधन भी नहीं मिले। तो एक फिर रब्बी खेड है, लेकिन आम बंदियां नाल व्यवहार उन्हां दा बहुत गंदा। उंज कृष्ण जी दे दर्शन पुरुष ही ऐसा सी, कहने लगे मैं आउंदा रहा उहदे कोल, सानू गुरु नानक दी झलक मिली है मैनू मैं और उंज बंदे नाल व्यवहार इंज जिवें कसाईयां वर्गा। उंज गुरु नानक दी झलक, कोई अतर नहीं लांदा, खुशबू नहीं, महक आउंदी। जितने चिर तक सारा संसार गुरु दा रूप ना दिखाई देवे, कोई दर्शन नहीं। मैनू कहने लगे कुछ गैबी संसार तुम देखदे हर का रूप है। अजकल तार्किक लोगों की तरह इनकार ना करे, जो दी से करने वाले ने सो तेरा रूप पंजा लगदा। गुण निधान गोविंद अनूप भी कहंदे। मैं उस भाई साहब भाई नंद लाल कहंदे ने ब्राह्मण मुश्ताक के बुत एक मनुख ते ओ है, बस बारों ही प्रभावित फिदाए खान का धन वेखिया प्रभावित होया। किसी दा रूप वेखिया प्रभावित होया, खुदा दी झलक किसी ने गाल कढ़ दित्ती प्रभावित होया, किसी ने उपमा कर दित्ती प्रभावित जा रहे हैं। मंदिर दे च हिंदू किसी ने जस कर दिता, पैर नहीं जमीन ते टिकदे। ब्राह्मण किसी ने निंदा कीती, ढेरी ढाके बैठ गए। फिदाए खान का हर कुछ आ जामे मोहब्बत दीदा में सरशार प्रभावित नहीं होता। मैं जिधर देखना सारा संसार ही खुदा दी मस्जिद बन गए। कोई उपमा करदा करे, सारा संसार ही जस करदा करे, केड़े जस करदा है, सारा संसार ही हरि मंदिर है। केड़ी गाल कढ़दा कढ़े, कोई उपमा करदा है, सारा विश्व मंडल ही खुदा दी मस्जिद है, बाहर तो प्रभावित नहीं। भगत कबीर ने इसनों दूसरे ढंग नाल भी उसनों मायूस नहीं करना। देही महज उसनों हंकारी नहीं, मन मौलाना सहज ने माज तो प्रभावित। केड़ी मस्जिद दे जाना है, देही मस्जिद बन गई है। पहला बाहर तो ही प्रभावित है, केड़े मौलवी दे पिछे नमाज पढ़नी है, मानी मौलवी बन गए। दूसरा इस तरह की किसी भी घटना तो प्रभावित नहीं है। और जिस दिन एक काया मस्जिद बन जाए, सारा संसार मस्जिद ठीक, नफा हो गया ठीक, नुकसान हो गया ठीक। जिस दिन एक काया देवल बन जाए, सारा जगत देवल बन जाता है। कायो देवा एक परिवार दे कायो देवल, संसार दे च निर्लेप है, धन संपदा दे च निर्लेप है। कबीर कहंदे मेरी काया मस्जिद बन गई है,
ਪੀਪਾ ਕਹਿੰਦੇ ਮੇਰੀ ਕਾਇਆ ਹਰੀ ਮੰਦਰ ਬਣ ਗਈ। ਹੁਣ ਇਹ ਪ੍ਰਭਾਵਿਤ ਕਰਨ ਪ੍ਰਗਟ ਹੋ ਗਿਆ ਹਰੀ ਮੰਦਰ। ਹੁਣ ਇਹ ਪ੍ਰਕਿਰਤੀ ਨੂੰ ਪ੍ਰਗਟ ਹੋ ਗਿਆ, ਸੰਸਾਰ ਨੂੰ ਪ੍ਰਭਾਵਿਤ ਕਰਦਾ। ਸੱਪ ਦਾ ਕੰਮ ਹੈ ਡੰਗ ਮਾਰਨਾ। ਜਿਦ ਮਨ ਮੌਲਾਣਾ ਸੱਪ ਗੁਰੂ ਨਾਨਕ ਸਹਿਜ ਨਮਾਜ਼ ਗੁਜ਼ਾਰੇ ਤੋ ਖੈਰ ਮੁਕਤ ਸਰਮਹਿਰਸ ਕਰਾਂ। ਉਹਦਾ ਤੇ ਕੰਮ ਹੈ ਡੰਗ ਮਾਰਨਾ। ਨੇ ਅੱਜ ਤੱਕ ਕਰਮ ਬਹੁਤ ਕੀਤੇ ਨੇ ਔਰ ਰੋਜ਼ ਭਾਰੀ ਭਰਕਮ ਉਹਦਾ ਤੇ ਕੰਮ ਸੀ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਪਰ ਗੁਰੂ ਨਾਨਕ ਦਾ ਹੱਥ ਛੂੰਹਦਾ ਹੈ ਇਹਨਾਂ ਬੇਦ ਮੋਹ ਹੋ ਜਾਂਦਾ। ਹੁਣ ਤੇ ਪੱਥਰ ਪ੍ਰਭਾਵਿਤ ਹੋ ਰਹੇ, ਹੁਣ ਤੇ ਸੱਪ ਪ੍ਰਭਾਵਿਤ ਹੋ ਰਹੇ, ਇਸ ਨਾਲ ਤੇ ਖੇਡ ਜ਼ਮੀਨ ਪ੍ਰਭਾਵਿਤ ਹੁੰਦੀ ਹੈ, ਆਸਮਾਨ ਕਰਮ ਅਨੇਕਾ। ਹੁਣ ਇਹ ਦੂਜੇ ਨੂੰ ਪ੍ਰਭਾਵਿਤ ਕਰਦਾ। ਅਨੇਕਾਂ ਕਰਮਾਂ ਦੀ ਤਫਸੀਲ ਪੜੀ ਉਸ ਸ਼ਬਦ ਦੇ ਤੇ ਪਾਠ ਵੀ ਹੈ, ਪੂਜਾ ਵੀ ਹੈ, ਤੀਰਥਾਂ ਦਾ ਰਟਨ ਵੀ ਹੈ, ਦਾਨ ਵੀ ਹੈ, ਗਿਆਨ ਵੀ ਹੈ। ਮੈਨੂੰ ਸੰਤ ਕਰਤਾਰ ਸਿੰਘ ਨੇ ਕਿਹਾ ਉਹ ਜੋ ਤੀਜੀ ਸ਼੍ਰੇਣੀ ਦੀ ਕਥਾ ਕਰਦਾ ਹੋਣਾ ਨਾ ਕਦੀ ਕਦੀ ਵੇਦ ਵਿਚਾਰ ਇਹ ਤੀਜੀ ਸ਼੍ਰੇਣੀ ਦਾ ਪ੍ਰਸਾਦ ਹੈ। ਪੰਜ ਜਨਾ ਸੰਸਾਨੀਆਂ ਦੇ ਪ੍ਰਭਾਵ ਹੇਠ ਨਹੀਂ ਜੀਵੇ ਬੁੱਧ ਬਾਦੇ ਪਿਆਰੇ ਔਰ ਇਨ ਬਿਦ ਮਿਲਨ ਤੋਂ ਵੀ ਅੱਗੇ ਮੈਂ ਕਹੀਏ ਕਰਮ ਅਨੇਕਾ ਹਾਰ ਪਰਿਓ ਮੇਰੇ ਤੇ ਇਤਨਾ ਪ੍ਰਭਾਵ ਕੇ ਦੁਆਰੇ ਦੀਜੇ ਬੁੱਧ ਵਿਵੇਕਾ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨਮਾਈ ਤੜਤੀ ਦੋ ਚਾਰ ਸਭ ਧਰਤੀ ਭਰ ਮੇ ਦੁਬਦਾ ਛੁੱਟ ਕੇ ਨਾ ਸਾਰੇ ਕਰਮ ਜੋ ਧਾਰਮਿਕ ਜਗਤ ਦੇ ਕੀਤੇ ਜਾਂਦੇ ਸ਼ਬਦ ਵਿੱਚ ਗਿਣਤੀ ਕਰ ਦੋ। ਔਰ ਇਸ ਘਟਨਾ ਨੂੰ ਦੇਖਣ ਵਾਸਤੇ ਇਹ ਵੀ ਵਿਵਾਦਗ੍ਰਸਤ ਸਾਧ ਮੈਂ ਕੀਤਾ ਹੈ, ਇਹ ਬੜੀ ਚਰਚਾ ਹੋਈ। ਕਿਸੇ ਕਰਮ ਦੀ ਚਾਰੀ ਰਜਨੀ ਨਹੀਂ ਮਿਲੀ। 16-17 ਦਿਨ ਉੱਥੇ ਬੈਠਾ ਰਿਹਾ ਸੀ। ਕਿਸੇ ਕਰਮ ਦੇ ਵਿੱਚ ਮੈਨੂੰ ਰਸ ਨੇ ਉਸ ਨੂੰ ਵੀ ਪ੍ਰਭਾਵਿਤ ਕੀਤਾ ਸੀ। ਕਿਸੇ ਕਰਮ ਦੇ ਵਿੱਚ ਪ੍ਰਕਾਸ਼ ਨਹੀਂ ਮਿਲਿਆ। ਕਹਿਣ ਲੱਗੇ ਯੋਗੀ ਸਿੱਧ ਹਿਮਾਲਿਆ ਦੇ ਤੇ ਅਖੀਰ ਦੇ ਇੰਜ ਵੀ ਕਹਿੰਦੇ ਰਹਾ ਹੁਣ ਵੀ ਨੇ ਕਿਧਰੇ ਕਿਧਰੇ ਗਰਦਨ ਗੁੰਮਰਾਮ ਹੋ ਜਾਂਦੀ ਹਿਮਾਲਿਆ ਦੀ ਇਹਨਾਂ ਕਰਮਾਂ ਨਾਲ ਮਿਲੇ ਤੱਕ ਆਉਂਦੀ। ਪਰ ਇੱਕ ਸਿੱਖ ਸਾਧੂ ਨੇ ਇੱਥੇ ਕਰ ਦਿਖਾਇਆ ਇਹਨਾਂ ਕਰਮਾਂ ਤੋਂ ਇਲਾਵਾ ਹੋਰ ਕਿਹੜਾ ਕਰਮ ਹੈ। ਐਸਾ ਉਤਮ ਪੁਰਸ਼ ਦੇ ਚਾਣਾ ਕਰਮ ਇਹ ਉਚੇਚਾ ਕੀਰਤਨ ਕਰਨਾ ਕਰਮ ਦਰਸ਼ਨ ਕਰਨਾ ਕਥਾ ਕੀਰਤਨ ਸੁਣਨਾ ਕਰਮ ਕਥਾਵਾਂ ਚੋਂ ਜ਼ਿਕਰ ਦਾਨ ਪੁੰਨ ਕਰਨਾ ਕਰਮ ਹੈ। ਜਗ੍ਹਾ ਜਗ੍ਹਾ ਕਥਾ ਕਰਨ ਦੇ ਕਰਮ ਦਾ ਉਹ ਜ਼ਿਕਰ ਕਰਦਾ ਸੀ। ਘੱਟ ਬੋਲਣਾ ਵੀ ਇੱਕ ਕਰਮ ਹੈ। ਇਸੇ ਨੂੰ ਮੌਨ ਡਡਵਾੜਾ ਉਸ ਕਸਬੇ ਦਾ ਨਾਂ ਹੈ। ਗੰਜ ਕਮ ਆਵਾਜ਼ ਹਰਗਿਜ਼ ਨਾ ਬੀਨੇ ਟਾਵੇ ਦੇ ਏਟਾ ਦੇ ਕੋਲ। ਸ਼ਾਹਜ਼ਾਦੀ ਸਾਹਿਬ ਕਹਿੰਦੇ ਨੇ ਘੱਟ ਬੋਲਣ ਵਾਲਾ ਬੰਦਾ ਹਰਗਿਜ਼ ਖੱਜਲ ਖੁਆਰ ਨਹੀਂ ਆਉਂਦਾ। ਦਿੱਲੀ ਕਲਕੱਤਾ ਜਿਹੜਾ ਹਾਈਵੇ ਜੀਟੀ ਰੋਡ ਹੈ ਉਸ ਜ਼ਿੰਮੇਵਾਰੀਆਂ ਨਹੀਂ ਚੁੱਕਦਾ। ਕੰਮ ਆਵਾਜ਼ ਹਾਈਵੇ ਹਰਗਿਜ਼ ਨਾ ਬੀਨੇ ਖੱਜਲ ਗੰਜ ਡਡਵਾੜੇ ਤੋਂ ਜਵੈ ਮੁਸ਼ਤ ਬਿਹਤਰ ਯਕ ਤੋਂ ਲੈ ਤੇ ਗੰਜ ਡਡਵਾੜਾ ਨਹੀਂ। ਗਿੱਲ ਕਹਿੰਦੇ ਨੇ ਮਿੱਟੀ ਨੂੰ ਪਰ ਇਹ ਜੀਟੀ ਰੋਡ ਦੇ ਉੱਤੇ ਜੌ ਦਾ ਦਾਣਾ ਇੱਥੇ ਜੋ ਹੈ ਇਹ ਘਟਨਾ ਘਟੀ। ਸਾਦੀ ਕਹਿੰਦੇ ਨੇ ਫਿਰ ਮੈਨੂੰ ਗੱਲ ਆਖ ਭਾਵੇਂ ਜੌ ਦੇ ਦਾਣੇ ਵਰਗੀ ਪਰ ਮੇਰੀ ਆਪਣੀ ਜ਼ਿੰਦਗੀ ਦਾ ਤਜਰਬਾ ਹੈ। ਕਥਾ ਕਰਨ ਦਾ ਮੁਸ਼ਕ ਸਵਾਦ ਆਇਆ। ਮੈਨੂੰ ਇੰਝ ਲੱਗਿਆ ਜਿਵੇਂ ਕਥਾ ਗੱਲ ਦੇ ਮੈਨੂੰ ਬਾਬੇ ਬਲਵੰਤ ਸਿੰਘ ਦੇ ਬੋਲ ਯਾਦ ਆਏ। ਕਿਸੇ ਕਿਸੇ ਦਿਨ ਕਥਾ ਹੋ ਜਾਂਦੀ ਹੈ, ਕਿਸੇ ਦਿਨ ਕਰਨੀ ਪੈਂਦੀ ਹੈ। ਜਦ ਕਰਨੀ ਪੈਂਦੀ ਹੈ ਤੇ ਖਪਣਾ ਪੈਂਦਾ ਕੁਝ ਨਹੀਂ। ਤੇਰੀ ਜ਼ਬਾਨ ਚੱਲੇ ਔਰ ਫਿਰ ਤੇ ਉਹਨਾਂ ਨੇ ਇਤਨਾ ਖੁਲਾਸਾ ਕੀਤਾ ਢੇਰ ਲਾ ਦੇਵੇਂ ਔਰ ਸਾਰਾ ਢੇਰ ਮਿੱਟੀ ਦਾ ਤੋਦਾ। ਕਿਸੇ ਕਿਸੇ ਦਿਨ ਕਰਨਾ ਪੈਂਦਾ ਜੋ ਕਰਨਾ ਪੈਂਦਾ ਯਕ ਤੋਦਾ ਗਿਲ। ਇੱਕ ਗੱਲ ਆ ਕਿਸੇ ਕਿਸੇ ਦਿਨ ਜੌ ਦੇ ਦਾਣੇ ਵਰਗੀ ਕਿਸੇ ਦਿਨ ਕਰਨਾ ਪੈਂਦਾ ਉਹ ਜਿਹੜਾ ਕਰਨਾ ਪੈਂਦਾ ਉਹ ਨਿਤਨੇਮ ਖਪਣਾ ਹੀ ਹੈ। ਗੱਲ ਦੇ ਚ ਖੁਸ਼ਬੂ ਨਹੀਂ ਤੇ ਚੜ੍ਹਨੀ ਉਹ ਤੇ ਮਿੱਟੀ ਦਾ ਤੋਦਾ ਹੈ। ਉਦੋਂ ਤੇ ਗੱਲ ਸਮਝ ਚ ਨਹੀਂ ਆਈ। ਉਸ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਿਸੇ ਦਿਨ ਹੋ ਜਾਂਦਾ ਹੋ ਜਾਂਦਾ ਉਸ ਦੀ ਬਖਸ਼ਿਸ਼ ਹੈ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਜੋ ਹੋ ਜਾਂਦਾ ਉਸ ਦੀ ਰਹਿਮਤ ਟਿੱਕਾ ਤਿਤ ਘਟ ਮਤ ਵਿਗਾਸ ਹੈ। ਤਉ ਪ੍ਰਸਾਦ ਹੈ ਤੇਰੀ ਕਿਰਪਾ ਮਤ ਦੇ ਵਿੱਚ ਵਿਕਾਸ ਪੈਦਾ ਹੋਇਆ, ਖੇੜਾ ਪੈਦਾ ਹੋਇਆ, ਖੁਸ਼ੀ ਪੈਦਾ ਹੋਈ ਹੈ। ਕਾਇਆ ਕਰਨਾ ਕੀ ਪੈਂਦਾ ਹੈ ਜਿਸ ਜਿਸ ਕਰਮ ਨਾਲ ਮੇਰਾ ਹੰਕਾਰ ਜੁੜ ਗਿਆ ਹੈ। ਕੇਸਰ ਨੂੰ ਭਾਰੀ ਹੋਈ ਪਵਿੱਤਰਤਾ ਦਾ ਚਿੰਨ੍ਹ ਮੰਨਦੇ ਨੇ। ਕੇਸਰ ਦਾ ਟਿੱਕਾ ਲਾਣਾ ਉਸ ਉਸੇ ਕਰਮ ਦੇ ਫਿਰ ਅਸੀਂ ਕਰਮ ਕਾਂਡ ਨਾ ਸਮਝ ਲੈਣਾ, ਵਿਅਰਥ ਦੀ ਗੱਲ ਨਾ ਸਮਝ ਲੈਣਾ। ਤੋਂ ਖੇੜਾ ਨਹੀਂ ਮਿਲਿਆ ਉਹਦੇ ਚ ਕੁਛ ਨਾ ਕੁਛ ਮੇਰਾ ਹੰਕਾਰ। ਬੁੱਢਾ ਜੀ ਮੈਨੂੰ ਕੀਤੇ ਹੋਏ ਪਾਠ ਤੋਂ ਰਸ ਨਹੀਂ ਆਇਆ। ਉਹਦੇ ਚ ਕੁਛ ਨਾ ਕੁਛ ਮੇਰਾ ਕੇਸਰ ਦਾ ਹੀ ਲਾਇਆ ਜਾਂਦਾ। ਮੈਨੂੰ ਕੀਤੇ ਹੋਏ ਕੀਰਤਨ ਤੋਂ ਸੁਣੇ ਹੋਏ ਕੀਰਤਨ ਦੇ ਚ ਰਸ ਨਹੀਂ ਆਇਆ। ਗੋਬਿੰਦ ਸਿੰਘ ਜੀ ਮਹਾਰਾਜ ਨੇ ਹਜ਼ੂਰ ਸਾਹਿਬ ਦੇ ਚ ਕੇਸਰ ਦੇ ਛਿੱਟੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮਾਰੇ ਸਨ। ਮੈਂ ਪੜ੍ਹ ਰਿਹਾ ਬਾਣੀ ਦੇ ਛਿੱਟੇ ਪਤ ਰਿਹਾ, ਮੈਨੂੰ ਕੋਈ ਰਸ ਨਹੀਂ ਆਇਆ। ਇਹਦੇ ਚ ਮੇਰਾ ਮੈਂ ਮੌਜੂਦ ਹੈ। ਪਵਿੱਤਰਤਾ ਦਾ ਇੱਕ ਖਾਸ ਅੰਗ ਮੰਨਿਆ। ਜਿਸ ਦਿਨ ਮੇਰਾ ਮੈਂ ਨਹੀਂ ਆਉਂਦਾ ਸਿਰਫ ਇਹ ਕੋਈ ਬਣ ਜਾਂਦਾ ਹੈ।
50 ਏਕੜ ਜ਼ਮੀਨ ਦੇ ਛੋਂਦਾ ਹੋਰ ਕਿਧਰੇ ਨਹੀਂ ਕਸ਼ਮੀਰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕੇਵਲ ਕਰਮ ਭਰਮ ਸੇ ਚੀਨੋ ਹੁੰਦਾ ਦਾਸ ਨੇ ਦੇ ਧਰਮ ਕਰਮ ਵਾਲੇ ਬੜੇ ਤਜਰਬੇ ਕੀਤੇ ਨੇ ਇਹਨੂੰ ਬੋਣ ਦੇ। ਉਹਨਾਂ ਕਰਮਾਂ ਨਾਲ ਕਿਧਰੇ ਵੀ ਪਰਮਾਤਮਾ ਦਾ ਚਿੰਤਨ ਕਰਦੇ ਹੋ ਜਿਹੜੇ ਕਰਮ ਹੈ ਨਹੀਂ ਭਰਮ। ਦਾਨ ਵੀ ਭਰਮ ਹੋ ਜਾਏਗਾ ਭਾਰਤ ਦੇ ਸਿਰਫ ਕਸ਼ਮੀਰ ਦੇ ਚ ਔਰ ਕਸ਼ਮੀਰ ਦਾ ਵੀ ਭਰਮ ਹੈ ਅਗਰ ਪੰਪੋਸ਼ ਉੱਤੇ। ਪੂਜਾ ਪਾਠ ਵੀ ਭਰਮ ਹੈ ਅਗਰ ਹੰਕਾਰ ਹੈ। ਸੇਵਾ ਵੀ ਭਰਮ ਹੈ ਉਸਦੇ ਜਿਹੜਾ ਮਕਰੰਦ ਹੈ ਉਹ ਕੇਸਰ। ਧਰਮ ਤੇ ਉਸਦੇ ਨੇ ਜਦ ਹੰਕਾਰ ਰੁਖਸਤ ਹੋ ਔਰ ਕਰਨਾ ਭਰਮ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ ਕੇਵਲ ਕਰਮ ਭਰਮ ਸੇ ਚੀਨੋ। ਧਰਮ ਕਰਮ ਅਨਰਾਗੋ। ਧਾਰਮਿਕ ਕਰਮ ਕੀ ਹੈ ਜੋ ਮੈਂ ਸ਼ਰਧਾ ਨਾਲ ਕੀਤਾ। ਪ੍ਰਤੀਕ ਸੀ ਤੀਜੀ ਅੱਖ ਦਾ। ਬਸ 2 ਮਿੰਟ ਮੈਂ ਹੋਰ ਲੈ ਕੇ ਸਮਾਪਤੀ ਕਰਾਂ। ਤੀਜੀ ਅੱਖ ਇੱਥੇ ਹੀ ਹੈ। ਸੰਬੰਧ ਜੋੜਨ ਵਾਸਤੇ ਪਰਿਪੂਰਨ ਪਰਮਾਤਮਾ ਨੇ ਮਨੁੱਖ ਨੂੰ ਪ੍ਰੀਤ ਦਿੱਤੀ ਹੈ। ਜਦ ਖੁੱਲਦੀ ਹੈ ਬਿਨਾਂ ਸੰਬੰਧ ਨਹੀਂ ਜੁੜਦਾ। ਅੰਦਰ ਖੁੱਲ ਰਿਸ਼ਤੇ ਨਹੀਂ ਜੁੜਦੇ। ਮੈਂ ਫਿਰ ਅਰਜ਼ ਕਰਾਂ ਇਹ ਪ੍ਰੀਤ ਵਿਗਿਆਨ ਆਖੇਗਾ ਸੀ ਤੇ ਖੋਪੜੀ ਫਾੜ ਕੇ ਦੇਖੇ ਇਸ ਤਰ੍ਹਾਂ ਦੀ ਕੋਈ ਆਪਣੇ ਤੋਂ ਥੱਲੇ ਦੀ ਤਰਫ ਜਾਏ ਤੇ ਇਹਨੂੰ ਸਨੇਹ ਕਹਿੰਦੇ। ਵਿਗਿਆਨ ਤੇ ਇਹ ਵੀ ਕਹਿ ਸਕਦਾ ਸੀ ਸਾਰੇ ਸਰੀਰ ਦੀ ਚੀਰ ਫਾੜ ਕਰਕੇ ਦੇਖੀ ਹੱਲੇ ਨਾ ਕੋਈ ਪਤਾ ਨਹੀਂ ਚੱਲਿਆ ਖੂਨ। ਬੱਚੇ ਨੂੰ ਗੋਦ ਚ ਲੈਣਾ ਬੜੀਆਂ ਹੱਥ ਆਈਆਂ ਮਿੰਜ ਹੱਥ ਬਾਵਾਂ ਪਸਾਰਦਾ ਰਹਿ ਜਾਏਗਾ ਮਾਂ ਪਕੜੇਗੀ। ਚਲੋ ਆਤਮਾ ਦੀ ਤੇ ਗੱਲ ਛੱਡੋ। ਇੱਕ ਮਨੁੱਖ ਰਾਗੀ ਹੈ ਉਹਦੇ ਅੰਦਰ ਰਾਮ ਕੱਲੀ ਹੈ ਸੋਰਠ ਹੈ ਬਿਲਾਵਲ ਵੀ ਨਹੀਂ ਸਕਦੇ ਉਹਨਾਂ ਦੀ ਪਰਵਰਿਸ਼ ਵੀ ਨਹੀਂ। ਇਸ ਤੋਂ ਇਲਾਵਾ ਸੰਬੰਧ ਜੁੜ ਰਿਹਾ ਹੈ ਸਨੇਹ ਕਰਕੇ ਸਾਰੇ ਰਾਗ ਸਨੇਹ ਬਣੀਆਂ ਦਾ ਔਰ ਇਹ ਸਨੇਹ ਪਸ਼ੂਆਂ ਦੇ ਸਭ ਉਸ ਦੇ ਅੰਦਰ ਹੈ। ਬੜੇ ਬੜੇ ਖੂਨ ਖਾਰ ਫੜ ਕਰਕੇ ਦੇਖ ਲੈਂਦੇ ਰਾਮ ਕੱਲੀ ਕਿੱਥੇ ਹੈ। ਕਿਹੜੀ ਹੈ ਸ਼ੇਰ ਨਹੀਂ ਕਿਹੜੀ ਥਾਂ ਤੇ ਬਗਿਆੜ ਆਏਗਾ। ਔਰ ਇਸੇ ਤਰੀਕੇ ਨਾਲ ਬਿਲਾਵਲ ਦੀ ਝਲਕ ਮਿਲੇਗੀ। ਦੂਜਿਆਂ ਦਾ ਖੂਨ ਪੀਣ ਵਾਲੇ ਖੂਨ ਹੱਥ ਆਪਣੇ ਬੱਚੇ ਨੂੰ ਸੀਨੇ ਨਾਲ ਲਾ ਕੇ ਰੱਖਦੇ। ਲੇਕਿਨ ਕੋਈ ਕਹਿ ਸਕਦਾ ਇਸ ਦੇ ਅੰਦਰ ਬਿਲਾਵਲ ਨਹੀਂ ਹੈ ਤਾਂ ਸੁਣਾ ਰਿਹਾ ਵਰਨਾ ਸੰਬੰਧ ਨਹੀਂ ਜੁੜਦਾ ਬੱਚੇ ਪਲ ਵੀ ਨਹੀਂ ਸਕਦੇ। ਫਿਰ ਤੇ ਸ਼ੇਰਾਂ ਦੀ ਨਸਲ ਹੀ ਖਤਮ ਹੋ ਜਾਏ। ਉਹਦੇ ਅੰਦਰ ਸੋਰਠ ਵੀ ਹੈ ਬਿਲਾਵਲ ਵੀ ਹੈ। ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕੁਰਬਾਨ ਕੀ ਜੈ ਜਾਵੰਤੀ ਵੀ ਹੈ ਜਿਨ ਮੋਹ ਮੀਠਾ ਵੀ ਹੈ ਆਸਾ ਵੀ ਹੈ ਤੋਂ ਸਦਕੇ ਜਾਣਾ। ਤੇ ਜੇ ਚੀਰਾ ਫਾੜੀ ਕਰਕੇ ਆਸਨਾ ਪੈਦਾ ਕਰਦਾ ਤੇ ਬੱਚੇ ਪਲਨੇ ਸਨ ਪਰ ਹੈ ਨੇ ਪਾਲਨੇ ਸਨ। ਬੱਚਾ ਰੋਂਦਾ ਰਹਿ ਜਾਣਾ ਸੀ ਮਾਂ ਨੇ ਦੁੱਧ ਦੇਣਾ ਹੀ ਨਹੀਂ। ਸੰਗੀਤਕਾਰ ਦੇ ਅੰਦਰ ਸੰਗੀਤ ਹੈ ਪਸਾਰਦਾ ਰਹਿ ਜਾਣਾ ਸੀ ਬੱਚਾ ਕਰੀਏ ਵਿਗਿਆਨਕ ਢੰਗ ਨਾਲ ਤੇ ਪੱਲੇ ਕੁਛ ਨਹੀਂ ਪੈਂਦਾ। ਉਹ ਬਾਵਾਂ ਪਸਾਰਦਾ ਰਹਿ ਜਾਏ ਪਿਓ ਚੁੱਕੇ ਨਾ ਉਹ ਰੋਂਦਾ ਰਹਿ ਜਾਏ ਤੇ ਮਾਂ ਦੁੱਧ ਨਾ ਦੇ। ਰਿਸ਼ੀਆਂ ਨੇ ਸੋਹਣਾ ਉਦਾਹਰਣ ਦਿੱਤਾ ਹੈ ਨਟਰਾਜ। ਪਰਵਰਿਸ਼ ਪਰਮਾਤਮਾ ਨਟਰਾਜ ਹੈ ਨਿਰਤਕਾਰ ਹੈ। ਉਹ ਪ੍ਰੀਤ ਬਣ ਜਾਂਦੀ ਹੈ ਨਿਰਤ ਜਿਵੇਂ ਨਿਰਤਕਾਰ ਦੇ ਅੰਦਰ ਹੈ। ਅਗਰ ਮਨੁੱਖ ਸਨੇਹ ਦੇ ਚ ਜੀ ਰਿਹਾ ਤਾਂ ਨਿਰਤਕਾਰ ਤੋਂ ਅਲੱਗ ਨਹੀਂ ਹੈ। ਵੱਡੀ ਗੱਲ ਨਹੀਂ ਹੈ। ਉਹ ਪਸ਼ੂਆਂ ਚ ਵੀ ਸਾਰਾ ਸੰਸਾਰ ਹੀ ਹੈ ਇੱਕ ਨਿਰਤ ਹੋ ਰਿਹਾ। ਉਹ ਪੰਛੀਆਂ ਚ ਵੀ ਹੈ। ਉਸ ਨਟਰਾਜ ਦਾ ਨਿਰਤ ਹੀ ਹੈ ਪ੍ਰਾਕਿਰਤਿਕ ਹੈ। ਔਰ ਗੁਰੂ ਨਾਨਕ ਨੇ ਤੇ ਸਾਰਾ ਸੋਹਣਾ ਖੁਲਾਸਾ ਕੀਤਾ ਹੈ। ਘੜੀਆਂ ਪ੍ਰੀਤ ਜਦ ਬਰਾਬਰੀ ਦੀ ਤਰਫ ਜਾਂਦੀ ਹੈ ਗੋਪਾਲ ਗਹਿਣੇ ਪਾਉਣ ਬਣਦੀ ਹੈ ਪ੍ਰੇਮਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ। ਇਹ ਤੇ ਸਾਰਾ ਨਿਰਤ ਹੋ ਰਿਹਾ ਵੱਡਾ ਛੋਟਾ ਨਹੀਂ ਹੈ। ਸਾਰਾ ਬ੍ਰਹਿਮੰਡ ਵੱਡਾ ਛੋਟਾ ਹੈ ਨਿਰਤ ਕਰ ਰਿਹਾ ਮੈਂ ਇਸ ਦਾ ਪਿਓ ਨਾਚ ਹੋ ਰਿਹਾ। ਪਰਮਾਤਮਾ ਨਟਰਾਜ ਹੈ ਤੇ ਨਿਰਤ ਨੂੰ ਨਟਰਾਜ ਤੋਂ ਅਲੱਗ ਕਿਸ ਤਰ੍ਹਾਂ ਕਰੋਗੇ। ਔਰ ਬਿਨਾਂ ਸਨੇਹ ਤੋਂ ਰਿਸ਼ਤਾ ਜੁੜੇਗਾ ਨਹੀਂ। ਪ੍ਰੀਤ ਪ੍ਰੇਮ ਬਣ ਜਾਂਦੀ ਹੈ ਜਿੱਥੇ ਬਰਾਬਰੀ ਹੋਵੇ। ਸਨੇਹ ਦੀ ਤੇ ਉਪਮਾ ਨਹੀਂ ਲੇਕਿਨ ਪ੍ਰੇਮ ਦੀ ਉਪਮਾ ਭਾਈ ਗੁਰਦਾਸ ਕਰਦੇ ਨੇ ਕਿਉਂਕਿ ਸਨੇਹ ਤੇ ਪਸ਼ੂਆਂ ਚ ਵੀ ਹੈ ਪ੍ਰੇਮ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ ਸਨੇਹ ਹੈ। ਔਰ ਪ੍ਰੇਮ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਇੰਜ ਬਿਆਨ ਕਰਦੇ ਨੇ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਮੈਂ ਜਦ ਪੜ੍ਹ ਰਿਹਾ ਸੀ ਭਾਈ ਗੁਰਦਾਸ ਜੀ ਨੂੰ ਤੇ ਭਾਈ ਗੁਰਦਾਸ ਲਿਖਦੇ ਨੇ ਲੈਲਾ ਮਜਨੂ ਆਸ਼ਿਕੀ ਚੌਚੱਕੀ ਜਾਤੀ ਮਹੀਵਾਲ ਨੂੰ ਸੋਹਣੀ ਲੈ ਤਰਦੀ ਰਾਤੀ ਸੱਸੀ ਪੁੰਨੂ ਦੋਸਤੀ ਉਹ ਜਾਤ ਕੋ ਜਾਤੀ। ਮੈਂ ਕਿ ਚਲੋ ਕੋਈ ਆਮ ਸ਼ਾਇਰ ਲਿਖੇ ਤੇ ਗੱਲ ਠੀਕ ਹੈ ਕੋਈ ਆਮ ਕਵੀ ਲਿਖੇ ਇਹਨਾਂ ਦੀ ਗੱਲ ਤੇ ਠੀਕ ਹੈ। ਲਿਖਿਆ ਬਥੇਰਿਆਂ ਨੇ। ਭਾਈ ਗੁਰਦਾਸ ਲਿਖਦੇ ਨੇ ਇੱਕ ਥਾਂ ਤੇ ਨਹੀਂ 4-5 ਜਗ੍ਹਾ। ਲੈਲਾ ਦੀ ਮਹਿਮਾ ਮਜਨੂ ਦਾ ਕਿੱਸਾ ਸੋਹਣੀ ਦੀ ਉਪਮਾ ਮਹਿਮਾਲ ਦੀ ਉਪਮਾ ਸੱਸੀ ਦੀ ਗੱਲ ਪੁੰਨੂ ਦੀ ਗੱਲ
ਹੀਰ ਦੀ ਗੱਲ ਤੇ ਰਾਂਝੇ ਦੀ ਗੱਲ, ਔਰ ਭਾਈ ਗੁਰਦਾਸ ਉਹਨਾਂ ਦੀ ਬਾਣੀ ਔਰ ਕਵਿਤ ਸਵਈਆਂ 'ਚ ਔਰ ਵੱਖ-ਵੱਖ ਢੰਗ ਨਾਲ ਬਿਆਨ ਕਰਦੇ ਨੇ। ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲੁਬਾਣਾ। ਇਤਨਾ ਪ੍ਰੇਮ ਹੈ ਕਿ ਲੈਲਾ ਦੇ ਘਰੋਂ ਵੀ ਕੋਈ ਆ ਜਾਏ ਉਸ ਨਾਲ ਵੀ ਪ੍ਰੇਮ ਹੈ। ਇੱਕ ਕੁੱਤਾ ਹੈ, ਲੈਲਾ ਦੇ ਘਰ ਰੋਜ਼ ਜਾਂਦਾ ਹੈ, ਲੈਲਾ ਉਸ ਨੂੰ ਰੋਟੀ ਪਾ ਦਿੰਦੀ ਹੈ। ਔਰ ਕੁੱਤਾ ਕੋਈ ਖਾਸ ਨਹੀਂ ਹੈ, ਕਮਜ਼ੋਰ ਹੈ, ਲਾਗਰ ਹੈ, ਬਿਮਾਰ ਹੈ। ਤਰਸ ਖਾ ਕੇ ਲੈਲਾ ਉਸ ਨੂੰ ਰੋਟੀ ਪਾ ਦਿੰਦੀ ਹੈ ਔਰ ਉਸ ਕੁੱਤੇ ਨੂੰ ਮਜਨੂ ਚੁੱਕ ਲੈਂਦਾ ਹੈ, ਉਹਦੇ ਪੈਰੀ ਵੀ ਪੈਂਦਾ ਹੈ। ਇੱਕ ਸੂਫੀ ਸੰਤ ਨੂੰ ਵੀ ਲਿਖਣਾ ਪਿਆ ਇਸ ਬਾਰੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਉਹ ਸੂਫੀ ਕਹਿੰਦਾ ਹੈ, ਪੈ ਸਗੇ ਬੋਸੀਦਾ ਮਜਨੂ ਹਲਕੇ ਗੋਇਦ ਇੰਚੇ ਸੂਦ। ਬੋਸੀਦਾ ਕੁੱਤਾ ਹੈ, ਬਿਮਾਰ ਕੁੱਤਾ ਹੈ, ਮਜਨੂ ਉਸ ਨੂੰ ਮੱਥਾ ਟੇਕਦਾ, ਕੁੱਤੇ ਨੂੰ ਮੱਥਾ ਟੇਕਦਾ। ਗੁਰੂ ਨਾਲ ਪਿਆਰ ਹੋ ਜਾਏ ਤੇ ਗੁਰੂ ਦੇ ਰਸਤੇ ਤੇ ਜਿਹੜੇ ਚੱਲਦੇ ਨੇ ਉਹਨਾਂ ਨਾਲ ਵੀ ਪਿਆਰ ਹੋ ਜਾਂਦਾ। ਗੁਰੂ ਨਾਲ ਪਿਆਰ ਹੋ ਜਾਏ ਤਾਂ ਗੁਰੂ ਦੀ ਨਿਸ਼ਾਨੀਆਂ ਨਾਲ ਵੀ ਪਿਆਰ ਹੋ ਜਾਂਦਾ। ਫਿਰ ਕੜਾ ਵੀ ਪਿਆਰਾ ਲੱਗਦਾ, ਕੇਸ ਵੀ ਪਿਆਰੇ ਲੱਗਦੇ, ਕਿਰਪਾਨ ਵੀ ਪਿਆਰੀ ਲੱਗਦੀ ਹੈ। ਗੁਰੂ ਨਾਲ ਜੋ ਪਿਆਰ ਹੈ ਉਹਦੀ ਹਰ ਚੀਜ਼ ਚੰਗੀ ਲੱਗਦੀ। ਫਿਰ ਕੁੰਤੂ ਪਰੰਤੂ ਵਾਸਤੇ ਥਾਂ ਨਹੀਂ ਹੁੰਦੀ ਪ੍ਰੇਮ ਦੀ ਦੁਨੀਆ 'ਚ। ਇਹ ਵੀ ਮੈਂ ਅਰਜ਼ ਕਰਦੇ। ਕੁੱਤਾ ਕੁੱਤੇ ਦੇ ਪੈਰੀ ਪੈਂਦਾ ਹੈ। ਪੈ ਸਗੇ ਬੋਸੀਦਾ ਮਜਨੂ ਹਲਕੇ ਗੋਇਦ ਇੰਚੇ ਸੂ। ਦੁਨੀਆ ਪੁੱਛਦੀ ਹੈ ਇਹ ਕੀ ਕਰ ਰਿਹਾ? ਇਹ ਤੇ ਕੁੱਤਾ ਹੈ ਔਰ ਉਹ ਵੀ ਬਿਮਾਰ। ਪਤਾ ਹੈ ਮਜਨੂ ਕੀ ਕਹਿੰਦਾ ਹੈ? ਇਂ ਸਗੇ ਦਰ ਕੂਏ ਲੈਲਾ ਗਾਹੇ ਗਾਹੇ ਰਫਤਾ ਬਹੁਤ। ਮੈਂ ਐਸਾ ਬਦਕਿਸਮਤ ਹਾਂ, ਮੇਰੇ ਪੈਰ ਲੈਲਾ ਦੇ ਘਰ ਤੱਕ ਨਹੀਂ ਜਾ ਸਕਦੇ। ਰੋਕਾਂ ਸਨ, ਰੁਕਾਵਟਾਂ ਸਨ, ਇਹ ਪਹੁੰਚ ਜਾਂਦਾ। ਇਹਦੇ ਪੈਰਾਂ ਦੀ ਪਹੁੰਚ ਹੈ ਤੇ ਜਿਹਦੇ ਪੈਰਾਂ ਦੀ ਪਹੁੰਚ ਲੈਲਾ ਦੇ ਘਰ ਤੱਕ ਹੈ, ਮੇਰਾ ਸਿਰ ਉਸ ਦੇ ਕਦਮਾਂ ਤੇ ਝੁਕੇ। ਜਿਸ ਪੁਰਸ਼ ਦੀ ਪੈਰਾਂ ਦੀ ਪਹੁੰਚ ਗੁਰੂ ਦੇ ਘਰ ਤੱਕ ਹੋਵੇ, ਪਰਮਾਤਮਾ ਦੇ ਘਰ ਤੱਕ ਹੋਵੇ, ਜੋ ਦੀ ਸੇ ਗੁਰ ਸਿਖੜਾ ਤਿਸ ਨਿਉ ਨਿਉ ਲਾਗੋਂ ਪਾਏ ਜੀ। ਹਾਲਾਤ ਇਹ ਹੋ ਜਾਂਦੇ। ਜਿਸ ਨਾਲ ਪਿਆਰ ਹੈ ਉਸਦੇ ਹਰ ਵਸਤੂ ਨਾਲ, ਹਰ ਅੰਗ ਨਾਲ ਪਿਆਰ ਪੈ ਜਾਂਦਾ ਹੈ। ਬਰਾਬਰੀ ਜਿੱਥੇ ਹੈ, ਪ੍ਰੀਤ ਬਰਾਬਰੀ ਦੇ ਤਲ ਤੇ ਆ ਜਾਏ ਤਾਂ ਪ੍ਰੇਮ ਬਣ ਜਾਂਦੀ ਹੈ। ਮੈਂ ਆਪ ਦੀ ਗਿਆਤ ਲਈ ਅਰਜ਼ ਕਰਾਂ, ਨੰਦ ਲਾਲ ਵੀ ਅਛੂਤੇ ਨਹੀਂ ਰਹੇ ਇਸ ਤੋਂ। ਉਹਨਾਂ ਦੇ ਕੋਲ ਇੱਕ ਐਸਾ ਸ਼ਾਇਰ ਆਇਆ, ਕਹਿਣ ਲੱਗਾ ਮੈਂ ਆਪਣੀ ਲਿਖਤ ਸੁਣਾਣੀ ਹੈ। ਲਿਖੀਆਂ ਨੇ ਮੈਂ ਕੋਈ ਨਜ਼ਮਾਂ, ਤੇ ਸ਼ਾਇਰ ਨੂੰ ਸ਼ਾਇਰ ਤੋਂ ਦਾਦ ਮਿਲੇ ਉਹਨੂੰ ਰੂਹਾਨੀ ਖੁਸ਼ੀ ਹੁੰਦੀ ਹੈ। ਦੂਜੇ ਭਾਵੇਂ ਸਿਰੇ ਲਾ ਕੇ ਸੁਣਦੇ ਰਹਿਣ, ਉਹਨੂੰ ਰੂਹਾਨੀ ਖੁਸ਼ੀ ਨਹੀਂ ਹੋਵੇਗੀ। ਇਹ ਵੀ ਮੈਂ ਅਰਜ਼ ਕਰਦੇ ਹਾਂ। ਕੋਈ ਸੰਗੀਤਕਾਰ ਜਦ ਸੰਗੀਤ ਦੀ ਧੁਨ ਅਲਾਪੇ ਤੇ ਕੋਈ ਚੋਟੀ ਦਾ ਸੰਗੀਤਕਾਰ ਉਸ ਨੂੰ ਦਾਦ ਦੇਵੇ, ਯਕੀਨ ਜਾਣੋ ਉਸ ਨੂੰ ਰੂਹਾਨੀ ਖੁਸ਼ੀ ਮਿਲੇਗੀ। ਦੂਜਿਆਂ ਦੇ ਰਸ ਤੇ ਸਿਰੇ ਲਾਉਣ ਨਾਲ ਕੁਝ ਵੀ ਨਹੀਂ ਹੋਗਾ, ਉਹਨੂੰ ਪ੍ਰਸੰਨਤਾ ਨਹੀਂ ਹੋਣੀ। ਇਹ ਵੀ ਮੈਂ ਅਰਜ਼ ਕਰਦੇ, ਕਿਉਂਕਿ ਉਸ ਨੂੰ ਤੇ ਪਤਾ ਹੀ ਨਹੀਂ ਠੀਕ ਹੈ, ਰਸ ਵਿੱਚ ਸਿਰ ਤੇ ਹਿਲਾ ਰਿਹਾ। ਮੈਂ ਦੇਖਦਾ ਕਈ ਗੁਰਦੁਆਰਿਆਂ 'ਚ ਕਹਿੰਦੇ ਜੀ ਰਾਗ ਵਿੱਚ ਕੀਰਤਨ ਕਰੋ। ਰਾਗ ਦੀ ਕੋਈ ਸਮਝ ਵੀ ਕੋਈ ਨਹੀਂ, ਕਹਿੰਦੇ ਰਾਗ ਵਿੱਚ ਕੀਰਤਨ ਕਰੋ। ਪਰ ਜੇ ਪੁੱਛੋ ਬਿਲਾਵਲ ਦੇ 'ਚ ਕਿਹੜੀਆਂ ਸੁਰਾਂ ਲੱਗਦੀਆਂ ਨੇ, ਕਿੰਨੀਆਂ ਤੀਬਰ ਨੇ, ਕਿੰਨੀਆਂ ਕੋਮਲ ਨੇ, ਕੁਝ ਵੀ ਪਤਾ ਨਹੀਂ, ਕੋਈ ਗਿਆਨ ਨਹੀਂ। ਰਾਗ ਸੁਣਨਾ ਹੈ ਜੀ। ਸਾਧਾਰਨ ਰੀਤ ਵਿੱਚ ਨਾ ਗਾਓ, ਸਾਧਾਰਨ ਤੋਂ ਸਧਾਰਨ ਰੀਤ ਦੇ 'ਚ ਵੀ ਰਾਗ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। 7 ਸੁਰਾਂ ਦੇ ਜੋ ਗਾਇਆ ਜਾ ਰਿਹਾ ਰਾਗ ਕਿਸੇ ਕਿਸੇ ਰਾਗ ਨਾਲੋਂ ਸੰਬੰਧਿਤ ਹੈ, ਪਰ ਖੈਰ ਐਵੇਂ ਵਿਚਕਾਰ ਗੱਲ ਆ ਗਈ ਹੈ। ਸ਼ਾਇਰ ਸ਼ਾਇਰ ਨੂੰ ਸੁਣਾ ਕੇ ਪ੍ਰਸੰਨ ਹੁੰਦਾ ਹੈ। ਕਹਿਣ ਲੱਗਾ ਨੰਦ ਲਾਲ ਜੀ ਤੁਸੀਂ ਮਹਾਨ ਸ਼ਾਇਰ ਔਰ ਗੁਰੂ ਗੋਬਿੰਦ ਸਿੰਘ ਦੀ ਪ੍ਰਸੰਨਤਾ ਦੇ ਪਾਤਰ ਮੈਂ ਲਿਖਿਆ, ਤੁਹਾਨੂੰ ਸੁਣਾਣਾ ਹੈ। ਭਾਈ ਸਾਹਿਬ ਕਹਿੰਦੇ ਨੇ ਅੱਛਾ ਸੁਣਾ। ਕੀ ਲਿਖਿਆ? ਕਹਿੰਦਾ ਲੈਲਾ ਮਜਨੂ ਦਾ ਕਿੱਸਾ ਲਿਖਿਆ, ਤੁਹਾਨੂੰ ਸੁਣਾਣਾ ਹੈ। ਔਰ ਸਿਰਫ ਇੱਕ ਇੱਕ ਸਫਾ ਸੁਣਾਣਾ ਹੈ। 2-2 ਨਜ਼ਮਾਂ, 2 ਨਜ਼ਮਾਂ ਲੈਲਾ ਦੇ ਸੰਬੰਧ ਵਿੱਚ, 2 ਨਜ਼ਮਾਂ ਮਜਨੂ ਦੇ ਸੰਬੰਧ ਵਿੱਚ। ਭਾਈ ਸਾਹਿਬ ਕਹਿੰਦੇ ਠੀਕ ਹੈ, ਸੁਣਦੇ ਸੁਣਾ। ਹਾਲਾਂਕਿ ਗ੍ਰੰਥ ਬਹੁਤ ਵੱਡਾ ਸੀ। ਪਹਿਲੇ ਉਹਨੇ 2 ਨਜ਼ਮਾਂ ਮਜਨੂ ਦੀਆਂ ਸੁਣਾਈਆਂ, ਭਾਈ ਸਾਹਿਬ ਦੀ ਸਮਾਧੀ ਲੱਗ ਗਈ, ਜੁੜ ਗਏ।
ਤੇ ਫਿਰ ਉਹ ਸ਼ਾਇਰ ਕਹਿੰਦਾ, ਭਾਈ ਜੀ ਹੁਣ ਮੈਂ ਤੁਹਾਨੂੰ ਲੈਲਾ ਦੀ ਗੱਲ ਸੁਣਾਉਣ ਲੱਗਾ। ਉਹ ਲੈਲਾ ਦੀ ਗੱਲ ਉਸਨੇ ਕੀ ਸੁਣਾਣੀ ਸੀ, ਭਾਈ ਸਾਹਿਬ ਬੋਲ ਪਏ ਉੱਥੇ। ਭਾਈ ਸਾਹਿਬ ਦੇ ਅੰਦਰੋਂ ਨਜ਼ਮ ਨਿਕਲੀ ਹੈ, ਉਹ ਦੀਵਾਨੇ ਗੋਇਆ ਦੇ ਵਿੱਚ ਦਰਜ ਹੈ। ਭਾਈ ਨੰਦ ਲਾਲ ਕਹਿੰਦੇ ਨੇ, ਮਗੋ ਅਜ਼ ਹਾਲੇ ਲੈਲੀ, ਲੈਲਾ ਦੀ ਗੱਲ ਹੁਣ ਮੈਨੂੰ ਨਾ ਸੁਣਾ, ਮੈਂ ਨਹੀਂ ਸੁਣਨੀ। ਮਗੋ ਅਜ਼ ਹਾਲੇ ਲੈਲੀ ਬਾਦਲੇ ਸ਼ੌਰੀਦਾ ਏ ਗੋਇਆ ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ ਦੀਵਾਨਾ ਮੇਂ ਸਾਜ਼ਾ। ਤੂੰ ਮੈਨੂੰ ਮਜਨੂ ਦਾ ਕਿੱਸਾ ਸੁਣਾਇਆ, ਮੈਂ ਆਪਣੇ ਹੋਸ਼ ਗਵਾ ਬੈਠਾ। ਜੇ ਤੂੰ ਹੁਣ ਲੈਲਾ ਦੀ ਗੱਲ ਸੁਣਾਈ, ਮੈਂ ਆਪਣੀ ਜਾਨ ਗਵਾ ਬੈਠਾ, ਮੇਰੇ ਪ੍ਰਾਣ ਜਾਂਦੇ ਰਹਿਣਗੇ। ਨਾ ਸੁਣਾ, ਮੈਂ ਨਹੀਂ ਸੁਣ ਸਕਦਾ। ਕਮਾਲ ਦੀ ਗੱਲ, ਮਜਨੂ ਦੀ ਗੱਲ ਸੁਣ ਕੇ ਕੋਈ ਆਪਣੀ ਸੁਰਤ ਖੋ ਦੇਵੇ ਤੇ ਗੁਰੂ ਨਾਲ ਜੁੜ ਜਾਵੇ, ਆਪਣੇ ਹੋਸ਼ ਹਵਾਸ ਖੋ ਦੇਵੇ, ਤੇ ਗੁਰੂ ਦੀ ਗੱਲ ਸੁਣ ਕੇ ਵੀ ਅੰਦਰ ਜਜ਼ਬੇ ਨਾ ਉਮੜਨ। ਮਜਨੂ ਦੀ ਗੱਲ ਸੁਣੇ ਕੋਈ ਤੇ ਰੱਬ ਨਾਲ ਜੁੜ ਜਾਏ, ਤੇ ਰੱਬ ਦੀ ਗੱਲ ਸੁਣ ਕੇ ਵੀ ਕੋਈ ਰੱਬ ਨਾਲ ਨਾ ਜੁੜੇ। ਅਵਸਥਾ ਦਾ ਭੇਦ ਹੋਰ ਕੀ ਹੈ। ਮਗੋ ਅਜ਼ ਹਾਲੇ ਲੈਲੀ ਬਾਦਲੇ ਸ਼ੌਰੀਦਾ ਹੈ ਗੋਇਆ ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ ਦੀਵਾਨਾ ਮੇਂ ਸਾਜ਼ਤ। ਮੈਂ ਤੇ ਮਜਨੂ ਦਾ ਕਿੱਸਾ ਸੁਣ ਕੇ ਪਾਗਲ ਹੋ ਗਿਆ, ਆਪਣੇ ਹੋਸ਼ ਗਵਾ ਬੈਠਾ। ਹੁਣ ਤੂੰ ਲੈਲਾ ਦਾ ਕਿੱਸਾ ਸੁਣਾਇਆ ਕਿ ਜਾਨ ਨਹੀਂ ਰਹਿਣੀ। ਖਾਮੋਸ਼ ਹੋ ਜਾ, ਬਸ ਬਹੁਤ ਹੋ ਗਿਆ। ਤੂੰ ਮੈਨੂੰ ਬਹੁਤ ਸੁਣਾਇਆ, ਇਤਨੀ ਹੀ ਮੇਰੀ ਤਾਬ ਸੀ, ਇਤਨੀ ਹੀ ਮੇਰੀ ਜੋ ਹੈ ਸਮਰਥਾ ਸੀ। ਇਹ ਹੈ ਇੱਕ ਪਿਆਰ ਦੀ ਦੁਨੀਆ, ਇਸ਼ਕ ਦੀ ਦੁਨੀਆ। ਇਸ ਨੂੰ ਇਸ਼ਕ ਹਕੀਕੀ ਵੀ ਕਹਿ ਦਿੰਦੇ ਨੇ, ਇਸ਼ਕ ਮਿਜ਼ਾਜੀ ਵੀ ਕਹਿ ਦਿੰਦੇ ਨੇ। ਇਸ਼ਕ ਹਕੀਕੀ ਪਰਮਾਤਮਾ ਨਾਲ, ਈਸ਼ਵਰ ਦੇ ਨਾਲ ਇੱਕ ਰਿਸ਼ਤਾ ਪ੍ਰੇਮ ਦਾ, ਇਹਦੇ 'ਚ ਬਰਾਬਰੀ ਹੋ ਜਾਂਦੀ ਹੈ। ਇਹ ਵੀ ਮੈਂ ਅਰਜ਼ ਕਰਦਾ, ਮੀਰਾਂ ਬਰਾਬਰੀ ਦੇ ਰਹੀ ਹੈ, ਬਹੁਤ ਸਾਰੇ ਸੂਫੀ ਬਰਾਬਰੀ ਦੇ ਰਹੇ ਨੇ। ਕਿਧਰੇ ਕਿਧਰੇ ਜੇ ਸਿੱਖ ਨਾ ਗੁਰੂ ਨੂੰ ਬਰਾਬਰੀ ਦੇਵੇ, ਆਖੇ ਨਹੀਂ ਤੂੰ ਵੱਡਾ ਹੈ, ਫਿਰ ਵੀ ਗੁਰੂ ਸਿੱਖ ਨੂੰ ਬਰਾਬਰੀ ਦੇ ਦਿੰਦਾ। ਤੂੰ ਮੇਰਾ ਹੀ ਰੂਪ ਹੈ, ਅਸੀਂ ਇੱਕ ਮਿੱਕ, ਕੋਈ ਫਰਕ ਨਹੀਂ। ਪ੍ਰੀਤ ਆਪਣੇ ਤੋਂ ਉੱਚੇ ਦੀ ਤਰਫ ਚਲਾਇਆ ਹੈ, ਦਿਲ ਦਿਮਾਗ ਮਨੇ ਨਹੀਂ। ਤੂੰ ਮਹਾਨ ਹੈ, ਤੂੰ ਪ੍ਰੀਤ ਸ਼ਰਧਾ ਬਣ ਜਾਂਦੀ ਹੈ। ਸ਼ਰਧਾ ਜੋੜਦੀ ਹੈ, ਪ੍ਰੇਮ ਜੋੜਦਾ ਹੈ, ਸਨੇਹ ਜੋੜਦਾ ਹੈ। ਪ੍ਰੇਮ ਨਾਲ ਕੀਤਾ ਕਰਮ, ਸਨੇਹ ਨਾਲ ਕੀਤਾ ਕਰਮ, ਸ਼ਰਧਾ ਨਾਲ ਕਰਮ ਰਸ ਬਣਾ ਦੇਗਾ। ਸਨੇਹ ਨਾਲ ਦੁੱਧ ਪਿਲਾਇਆ ਜਾ ਰਿਹਾ ਬੱਚੇ ਨੂੰ, ਯਕੀਨ ਜਾਣੋ ਇੱਕ ਰਸ ਹੈ, ਮਜਬੂਰੀ 'ਚ ਪਿਲਾਇਆ ਜਾ ਰਿਹਾ। ਆਇਆ ਵੀ ਪਿਲਾ ਸਕਦੀ ਹੈ, ਉਹ ਵੀ ਖਿਡਾ ਸਕਦੀ ਹੈ ਬੱਚੇ, ਪਰ ਸਨੇਹ ਦੀ ਮਾਰੀ ਹੋਈ ਮਾਂ ਵੀ ਬੱਚੇ ਨਾਲ ਖੇਡ ਰਹੀ ਹੈ ਤੇ ਖਿਡਾ ਰਹੀ ਹੈ। ਮਜਬੂਰੀ ਦੀ ਮਾਰੀ ਹੋਈ ਇੱਕ ਆਇਆ ਵੀ ਖਿਡਾ ਰਹੀ ਹੈ ਤੇ ਖੇਡ ਰਹੀ ਹੈ, ਕਿ ਦੋਵਾਂ ਨੂੰ ਇੱਕ ਆਖੋਗੇ? ਕਥਾ ਹੀ ਨਹੀਂ। ਸਨੇਹ ਨੇ ਕਰਮ ਦੇ ਵਿੱਚ ਰਸ ਪੈਦਾ ਕਰ ਦਿੱਤਾ ਹੈ। ਪ੍ਰੇਮ ਮਹਾਰਸ ਪੈਦਾ ਕਰ ਦਿੰਦਾ ਹੈ। ਸ਼ਰਧਾ ਉਹ ਰਸ ਜੋ ਬਿਆਨ ਤੋਂ ਵੀ ਪਰੇ ਹੈ। ਦਾਲ ਬਣਾਈ ਹੈ, ਸਬਜ਼ੀ ਬਣਾਈ ਹੈ, ਔਰ ਕਈ ਦਾਲਾਂ ਬਣਾਈਆਂ ਨੇ, ਕਈ ਸਬਜ਼ੀਆਂ ਬਣਾਈਆਂ ਨੇ, ਨਮਕ ਇੱਕ ਦੇ 'ਚ ਵੀ ਨਹੀਂ ਪਾਇਆ, ਸਭ ਬੇਰਸ। ਸਾਰੀਆਂ ਸਬਜ਼ੀਆਂ ਬੇਰਸ, ਸਾਰੀਆਂ ਹੀ ਦਾਲਾਂ ਬੇਰਸ, ਇੱਕ ਨਮਕ ਤੋਂ ਬਿਨਾਂ। ਖੀਰ ਬਣਾਈ ਹੈ, ਸੇਵੀਆਂ ਬਣਾਈਆਂ ਨੇ, ਹੋਰ ਕਾਫੀ ਪਕਵਾਨ ਬਣਾਏ ਨੇ, ਸਿਰਫ ਸ਼ੱਕਰ ਨਹੀਂ ਪਾਈ, ਸਭ ਬੇਰਸ। ਦਾਨ ਪ੍ਰੇਮ ਤੋਂ ਬਿਨਾਂ ਬੇਰਸ ਹੈ। ਗਿਆਨ ਸ਼ਰਧਾ ਤੋਂ ਬਿਨਾਂ ਬੇਰਸ ਹੈ। ਸੇਵਾ ਪ੍ਰੇਮ ਤੋਂ ਬਿਨਾਂ ਫਿੱਕੀ ਹੈ। ਕੁਛ ਵੀ ਕਰਮ ਧਾਰਮਿਕ ਪ੍ਰੇਮ ਤੋਂ ਬਿਨਾਂ ਸਾਰੇ ਬੇਰਸ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਚਲੋ ਖਾਲੀ ਖੰਡ ਵੀ ਮੂੰਹ 'ਚ ਪਾ ਲਈਏ, ਮਿਠਾਸ ਆ ਜਾਂਦਾ ਹੈ। ਨਹੀਂ ਸੇਵੀਆਂ ਤੇ ਨਾ ਸੀ, ਨਹੀਂ ਖੀਰ ਤੇ ਨਾ ਸੀ, ਕੱਲਾ ਪ੍ਰੇਮ ਵੀ ਆਨੰਦ ਬਣਾ ਦਿੰਦਾ। ਜਿਨੀ ਚਾਖਿਆ ਪ੍ਰੇਮ ਰਸ ਸੇ ਤਿਪਤ ਹੈ ਆਗਾਏ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਲਾਨੀਆਂ ਕਹਿ ਦਿੱਤਾ, ਸਾਚ ਕਹੋ ਸੁਨ ਲਿਓ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਕ ਸਵਈਆ ਪਾਤਸ਼ਾਹ ਦਾ ਬੜਾ ਕੀਮਤੀ ਹੈ, ਰੋਵਤ ਰੀਜ ਭਰੇ ਗੁਰਦੇਵ ਤੋਂ
ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਰੋ ਰਿਹਾ ਆਪਣੀਆਂ ਹੀ ਕੋਈ ਲੋੜਾਂ ਲੈ ਕੇ, ਆਪਣੀਆਂ ਹੀ ਕਾਮਨਾਵਾਂ ਲੈ ਕੇ। ਰੋਂਦਾ ਗੁਰੂ ਦੇ ਅੱਗੋਂ ਪਿਆ, ਪਰ ਰੋਂਦਾ ਪਿਆ ਆਪਣੀ ਗਰਜ਼ ਨੂੰ ਮੁੱਖ ਰੱਖ ਕੇ, ਗੁਰੂ ਦੀ ਕੋਈ ਚਾਹਤ ਨਹੀਂ। ਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਦੇ ਰੋਣੇ ਦੇ ਉੱਤੇ ਰੱਬ ਰੀਝ ਪਵੇ। ਤੋ ਮੂਏ ਕੋ ਰੋਵਤ ਗ੍ਰਾਮ ਕੀ। ਲੋਕੀ ਮੁਰਦਿਆਂ ਨੂੰ ਵੀ ਤੇ ਰੋਂਦੇ ਹੀ ਨੇ, ਹੋਰ ਕੀ। ਰੋਵਤ ਰੀਝ ਪਰੇ ਗੁਰਦੇਵ, ਤੋ ਮੂਏ ਕੋ ਰੋਵਤ ਗ੍ਰਾਮ ਕੀ ਨਾਰੀ। ਕੀਰਤਨ ਤੇ ਜੋ ਰੀਝ ਪਰੇ, ਤਾਂ ਕੀਰ ਕਪੋਤ ਪੁਕਾਰ ਉਚਾਰੀ। ਇਹ ਕਬੂਤਰਾਂ ਕੀਰਤਨ ਕਰਦੀਆਂ ਪਈਆਂ ਨੇ, ਕੋਇਲਾਂ ਕਰਦੀਆਂ ਪਈਆਂ ਨੇ, ਬੁਲਬੁਲਾਂ ਚਹਿਚਹਾ ਰਹੀਆਂ, ਨਗਮੇ ਗਾ ਰਹੀਆਂ। ਗੁਸਤਾਖੀ ਮਾਫ। ਬੇਰਸੀਆਂ ਨੇ ਸੇਵੀਆਂ, ਇਹ ਖੀਰ ਵੀ ਅਗਰ ਸ਼ੱਕਰ ਨਹੀਂ ਹੈ। ਸਾਰੀਆਂ ਸਬਜ਼ੀਆਂ ਬੇਰਸੀਆਂ ਨੇ, ਸਾਰੀਆਂ ਦਾਲਾਂ ਬੇਰਸੀਆਂ ਨੇ ਅਗਰ ਨਮਕ ਨਹੀਂ ਹੈ। ਪ੍ਰੇਮ ਤੋਂ ਬਿਨਾ ਕੀਰਤਨ, ਪ੍ਰੇਮ ਤੋਂ ਬਿਨਾ ਕਥਾ, ਪ੍ਰੇਮ ਤੋਂ ਬਿਨਾ ਪਾਠ, ਪ੍ਰੇਮ ਤੋਂ ਬਿਨਾ ਮੱਥਾ ਟੇਕਣਾ, ਪ੍ਰੇਮ ਤੋਂ ਬਿਨਾ ਸੇਵਾ, ਪ੍ਰੇਮ ਤੋਂ ਬਿਨਾ ਗਿਆਨ, ਪ੍ਰੇਮ ਤੋਂ ਬਿਨਾ ਦਾਨ, ਸਭ ਫਿੱਕਾ ਹੈ, ਕੁਛ ਵੀ ਨਹੀਂ। ਇਸ ਵਾਸਤੇ ਲੋਕੀ ਥੱਕ ਜਾਂਦੇ ਨੇ। ਬੜਾ ਦਾਨ ਕੀਤਾ, ਕੁਛ ਵੀ ਨਹੀਂ। ਬੜਾ ਗਿਆਨ ਇਕੱਠਾ ਕੀਤਾ, ਕੁਛ ਵੀ ਨਹੀਂ। ਰੋਵਤ ਰੀਝ ਪਰੇ ਗੁਰਦੇਵ, ਤੋ ਮੂਏ ਕੋ ਰੋਵਤ ਗ੍ਰਾਮ ਕੀ ਨਾਰੀ। ਕੀਰਤਨ ਤੇ ਜੋ ਰੀਝ ਪਰੇ, ਤਾਂ ਕੀਰ ਕਪੋਤ ਪੁਕਾਰ ਉਚਾਰੀ। ਨਾਵੇ ਦਾਦਰ ਮੋਨ ਸੋ ਬਿਛਹਿ, ਬਾਨਰ ਬੰਦਰ ਬਾਸ ਬਨਾਰੀ। ਮੇਂਢਕ ਹਰ ਵਕਤ ਗੰਗਾ ਚ ਨਹਾ ਰਿਹਾ ਹੈ। ਸਾਰੇ ਦਰਖਤ ਮੋਨੀ ਜੀ ਮਹਾਰਾਜ ਨੇ ਚੁੱਪ ਨੇ, ਮੌਨ ਧਾਰਨ ਕੀਤਾ ਹੋਇਆ। ਇਹਦੇ ਨਾਲ ਹੀ ਰੱਬ ਮਿਲਦਾ। ਮੋਨੀ ਜੀ ਮਹਾਰਾਜ ਨੇ, ਸਾਰੇ ਦਰਖਤ ਮੋਨੀ ਜੀ ਮਹਾਰਾਜ। ਬਾਨਰ ਬੰਦਸ ਬਾਸ ਬਨਾਰੀ। ਸਾਰੇ ਬੰਦਰ ਵਿਚਾਰੇ ਜੰਗਲਾਂ 'ਚ ਹੀ ਰਹਿੰਦੇ ਨੇ, ਜੇ ਜੰਗਲ ਦੇ 'ਚ ਰਹਿਣ ਨਾਲ ਮਿਲੇ। ਨਾਵੇ ਦਾਦਰ ਮੌਨ ਸੋ ਬ੍ਰਿਛ ਹੈ, ਬਾਨਰ ਬੰਦਰ ਬਾਸ ਬਨਾਰੀ। ਪ੍ਰੀਤ ਕੀ ਰੀਤ ਕੀ ਲੇਸ ਬਿਨਾ, ਸਿੱਖ ਪੰਡਤ ਗਾਵਤ ਜਾਵਤ ਹਾਰੀ। ਬਿਨਾ ਪ੍ਰੇਮ ਦੇ ਲੇਸ ਤੋਂ, ਬਿਨਾ ਪ੍ਰੇਮ ਤੋਂ ਇਹ ਸਾਰੇ ਕਰਮ ਫਿੱਕੇ, ਕੁਛ ਵੀ ਨਹੀਂ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕਹੇ ਦੁਆਰੇ, ਦੀਜੇ ਬੁੱਧ ਵਿਵੇਕਾ। ਹਿਰਦਾ ਜਿਸ ਨੂੰ ਬਾਰ-ਬਾਰ ਯਾਦ ਕਰੇ ਤੇ ਮਨ ਜਿਸ ਤੋਂ ਪ੍ਰਭਾਵਿਤ ਹੈ, ਯਾਦ ਹੀ ਇੱਕ ਦਿਨ ਪ੍ਰੇਮ ਬਣ ਜਾਂਦੀ ਹੈ। ਔਰ ਪ੍ਰੇਮ ਹਰ ਕਰਮ ਦੇ 'ਚ ਰਸ ਬਣਾ ਦਿੰਦਾ। ਮੱਥਾ ਟੇਕਣਾ ਵੀ ਰਸ ਹੋ ਜਾਂਦਾ, ਪਾਠ ਕਰਨਾ ਵੀ ਰਸ ਹੋ ਜਾਂਦਾ, ਗੁਰਦੁਆਰੇ ਆਉਣਾ ਵੀ ਆਨੰਦ ਹੋ ਜਾਂਦਾ, ਸੇਵਾ ਕਰਨੀ ਵੀ ਰਸ ਹੋ ਜਾਂਦਾ, ਸੰਗਤਾਂ ਦੇ ਦਰਸ਼ਨ ਵੀ ਰਸ ਹੋ ਜਾਂਦਾ, ਗੁਰੂ ਕੋਲ ਬੈਠਣਾ ਵੀ ਆਨੰਦ ਹੋ ਜਾਂਦਾ, ਗੁਰਦੁਆਰੇ ਆਉਣਾ ਵੀ ਆਨੰਦ ਹੋ ਜਾਂਦਾ। ਹਰ ਕਰਮ ਦੇ 'ਚ ਰਸ ਹੀ ਰਸ ਪੈਦਾ ਹੋ ਜਾਂਦਾ। ਸਤਿਗੁਰ ਰਹਿਮਤ ਕਰਨ। ਇਹ ਜੋ ਸਮਾਗਮ ਗੁਰਮੁਖ ਪਰਿਵਾਰ ਨੇ ਆਪਣੇ ਘਰ ਰਚਿਆ, ਕਥਾ ਕੀਰਤਨ ਦੇ ਔਰ ਸੇਵਾ ਦੇ ਜੋ ਪ੍ਰਵਾਹ ਚਲੇ ਨੇ, ਸਤਿਗੁਰ ਇਸ ਦੇ 'ਚ ਰਸ ਪੈਦਾ ਕਰਨ, ਤੁਹਾਡੇ ਸੁਣਨ ਦੇ 'ਚ ਰਸ ਪੈਦਾ ਕਰਨ, ਉਹਨਾਂ ਦੇ ਉਦਮ ਦੇ 'ਚ ਰਸ ਪੈਦਾ ਕਰਨ, ਤਾਂ ਕਿ ਜਗਤ ਤੇ ਆਇਆ ਸਫਲ ਹੋ ਸਕੇ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਦਾਸ ਨੇ 11:30 ਵਜੇ ਗੁਰਦੁਆਰਾ ਬ੍ਰਿਜਵਾਟਰ ਦੇ 'ਚ ਹਾਜ਼ਰੀ ਭਰਨੀ। ਇਸ ਵਾਸਤੇ ਦਾਸ ਜਾਵੇਗਾ, ਕਿਉਂਕਿ ਅਜੇ ਗਿਆਨੀ ਮਨਜੀਤ ਸਿੰਘ ਉਹਨਾਂ ਨੇ ਲੇਟ ਗਿਆਨੀ ਮਨਜੀਤ ਸਿੰਘ ਨੂੰ ਕਰਨਾ ਨਹੀਂ। ਅੱਛਾ, ਹੁਣ ਸਮਾਪਤੀ ਹੋਵੇਗੀ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਦਾਸ ਨੇ ਬ੍ਰਿਜਵਾਟਰ ਹਾਜ਼ਰੀ ਭਰ ਕੇ 2 ਦਿਨ ਲਈ ਫਿਲਡਲਫੀਆ ਜਾਣਾ ਹੈ। ਅੱਜ ਰਾਤ ਤੇ ਕੱਲ ਤੇ ਫਿਰ ਦਾਸ ਵਾਪਸ ਜਾ ਰਿਹਾ। ਇੰਗਲੈਂਡ ਹੁੰਦਿਆਂ ਹੋਇਆਂ ਇੰਡੀਆ ਵਾਪਸ ਜਾ ਰਿਹਾ। 2-2.5 ਹਫ਼ਤਿਆਂ ਦਾ ਪ੍ਰੋਗਰਾਮ ਦਾਸ ਦਾ ਇੰਗਲੈਂਡ ਦੇ 'ਚ ਹੈ, ਤੇ ਫਿਰ ਵਾਪਸ ਜੋ ਹੈ ਦਾਸ ਪਹੁੰਚ ਰਿਹਾ ਇੰਡੀਆ। ਬਾਕੀ 8-9 ਮਹੀਨੇ ਦਾਸ ਉੱਥੇ ਹੁੰਦਾ। ਗਰਮੀਆਂ ਦੇ ਜਦ ਦਿਨ ਆਉਂਦੇ ਨੇ, ਕੋਈ ਸਰੀਰ ਵੀ ਮੇਰਾ ਐਸਾ ਹੈ ਔਰ ਬਾਹਰ ਦੀਆਂ ਸੰਗਤਾਂ ਵੀ ਪਿਆਰ ਕਰਦੀਆਂ ਨੇ। 3-3.5 ਮਹੀਨੇ ਲਈ ਦਾਸ ਬਾਹਰ ਆ ਜਾਂਦਾ। ਮਈ, ਜੂਨ, ਜੁਲਾਈ ਜਾਂ ਕਈ ਦਫਾ ਅਗਸਤ ਤੱਕ ਪੂਰਾ, ਜਾਂ ਜੂਨ ਨਿਕਲਦੇ हैं कई दफ़ा तो सितंबर तक वापस पहुंच जाइदा। 8 महीने दास भारत ਦੀ ਸੇਵਾ ਕਰਦਾ ਰਹਿੰਦਾ। ਬਾਕੀ ਬਾਹਰ ਦੀਆਂ ਸੰਗਤਾਂ ਫਿਰ ਸਤਿਗੁਰ ਨੇ ਨਦੀ ਨਾਵ ਸੰਜੋਗੀ ਮੇਲੇ ਕਰਾਏ। ਅਗਲੇ ਸਾਲ ਜ਼ਿੰਦਗੀ ਰਹੀ, ਆਪ ਦੇ ਦਰਸ਼ਨ ਕਰਾਂਗੇ। ਬਾਰ-ਬਾਰ ਸਾਰਿਆਂ ਦਾ ਧੰਨਵਾਦ।
ਤੇ ਹੋ ਗਈਆਂ ਭੁੱਲ ਚੁੱਕਾਂ ਲਈ क्षमा ਦੀ ਯਾਚਨਾ, ਕਿਉਂਕਿ ਹੁਕਮ ਹੋਇਆ ਸੀ ਗਿਆਨੀ ਅਮਰਜੀਤ ਸਿੰਘ ਉਹਨਾਂ ਨੇ ਵੀ ਕਥਾ ਕਰਨੀ ਹੈ, ਪਰ ਉਹ ਹੁਣ ਅਰਦਾਸ ਕਰਨਗੇ ਤੇ ਆਨੰਦ ਸਾਹਿਬ ਦਾ ਪਾਠ ਗਿਆਨੀ ਹਰਨਾਮ ਸਿੰਘ ਜੀ ਚਾਕਰ ਕਰਦੇ ਨੇ। ਇਸ ਤੋਂ ਬਾਅਦ ਅਰਦਾਸ ਗਿਆਨੀ ਹਾਂਜੀ ਅੱਛਾ ਬੱਚੇ ਆਨੰਦ ਸਾਹਿਬ ਦਾ ਪਾਠ ਪੜ੍ਹ ਕੇ, ਕਿਉਂਕਿ ਦਾਸ ਨੇ 11:30 ਹਾਜ਼ਰੀ भरनी, इस वास्ते थोड़ी जी जल्दी है। आपको क्षमा दी याचना, फतेह प्रवान करनी। वाहिगुरू जी का खालसा